ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ 7ਵਾਂ ਲੈਸਨ ਸਪੋਰਟਸਮੈਨਸ਼ਿਪ, ਯਾਨੀ ਜਦ ਆਪਾਂ ਖੇਡ ਖੇਡਦੇ ਹਾਂ ਸਾਨੂੰ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਉਹਦੇ ਬਾਰੇ ਅੱਜ ਆਪਾਂ ਪੜਾਂਗੇ। It is your response to winning and losing that makes you a winner or loser। ਖੇਡ ਦੇ ਵਿੱਚ ਹਾਰਨਾ ਜਿੱਤਣਾ ਤਾਂ ਲੱਗਿਆ ਰਹਿੰਦਾ ਹੈ, ਪਰ ਤੁਸੀਂ ਉਸ ਹਾਰ ਜਾਂ ਜਿੱਤ ਨੂੰ ਕਿਸ ਹਿਸਾਬ ਨਾਲ ਲੈਂਦੇ ਹੋ ਜੋ ਤੁਹਾਨੂੰ ਅਸਲ ਦੇ ਵਿੱਚ ਇੱਕ ਜਿੱਤਾ ਹੋਇਆ ਖਿਡਾਰੀ ਬਣਾਉਂਦਾ ਜਾਂ ਇੱਕ ਹਾਰਿਆ ਹੋਇਆ ਖਿਡਾਰੀ ਬਣਾਉਂਦਾ। ਇਹ ਗੱਲ ਕਹੀ ਸੀ ਹੈਰੀ ਸ਼ੇਸ਼ੀ ਨੇ। ਅੱਗੇ ਚੱਲਦੇ ਹਾਂ ਇੰਟਰੋਡਕਸ਼ਨ। ਡੀਅਰ ਚਿਲਡਰਨ, good sportsmanship is an invaluable quality to be learned during student life। ਪਿਆਰੇ ਬੱਚਿਓ, ਵਿਦਿਆਰਥੀ ਜੀਵਨ ਦੌਰਾਨ ਸਿੱਖਣ ਲਈ ਜਿਹੜੀ ਅੱਛੀ ਚੀਜ਼ ਹੈਗੀ ਹੈ ਉਹ ਇਹ ਹੈਗੀ ਹੈ ਵੀ ਆਪਾਂ ਖੇਡ ਦੇ ਵਿੱਚ ਕਿਵੇਂ ਦਾ ਵਿਵਹਾਰ ਕਰਦੇ ਹਾਂ। ਉਹ ਇੱਕ ਅਨਮੋਲ ਗੁਣ ਹੈਗਾ ਜੋ ਆਪਾਂ ਬਚਪਨ ਤੋਂ ਹੀ ਸਿੱਖਣਾ ਹੈ। It is the lesson which we learn on the playground but guides us in every area of life। ਹੁੰਦਾ ਤਾਂ ਉਹ ਸਬਕ ਉਹ ਹੈਗਾ ਜੋ ਆਪਾਂ ਮੈਦਾਨ ਦੇ ਵਿੱਚ ਸਿੱਖਦੇ ਹਾਂ, ਹਾਰੇ ਹੋਈਏ ਜਾਂ ਜਿੱਤੇ ਹੋਈਏ, ਪਰ ਜੀਵਨ ਦੇ ਹਰ ਖੇਤਰ ਵਿੱਚ ਉਹ ਸਾਡੀ ਅਗਵਾਈ ਕਰਦਾ ਹੈ, ਸਾਡੀ ਮਦਦ ਕਰਦਾ ਹੈ ਅੱਗੇ ਵਧਣ ਦੇ ਲਈ। ਲੈਟਸ ਅੰਡਰਸਟੈਂਡ ਦਿਸ ਇੰਪੋਰਟੈਂਟ ਫੀਚਰ ਆਫ ਦ ਪਲੇਗਰਾਊਂਡ ਥਰੂ ਅ ਸਟੋਰੀ। ਆਓ ਜਿਹੜਾ ਮੈਦਾਨ ਵਿੱਚ ਹਾਰਨਾ ਜਿੱਤਣਾ ਲੱਗਿਆ ਰਹਿੰਦਾ ਉਹਨੂੰ ਆਪਾਂ ਇੱਕ ਕਹਾਣੀ ਦੇ ਹਿਸਾਬ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਾਰਟ 1, ਜਸਮੀਤ ਵਾਜ਼ ਅ ਗਿਫਟਡ ਸਟੂਡੈਂਟ। ਜਸਮੀਤ ਇੱਕ ਹੋਣਹਾਰ ਵਿਦਿਆਰਥੀ ਸੀ। ਹੀ ਐਕਸੈਲਡ ਇਨ ਹਿਸ ਸਟੱਡੀਜ਼ ਐਜ਼ ਵੈਲ ਐਜ਼ ਇਨ ਫੁੱਟਬਾਲ। ਉਹ ਪੜ੍ਹਾਈ ਵਿੱਚ ਵੀ ਵਧੀਆ ਸੀ ਤੇ ਨਾਲ ਦੀ ਨਾਲ ਫੁੱਟਬਾਲ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਸੀ। ਹੀ ਹੈਡ ਬਿਕਮ ਅਕਸਟਮਡ ਟੂ ਵਿਨਿੰਗ, ਤੇ ਉਹਨੂੰ ਜਿੱਤਣ ਦੀ ਆਦਤ ਪੈ ਗਈ ਸੀ। ਹੀ ਆਲਵੇਜ਼ ਵਾਂਟਡ ਟੂ ਬੀ ਫਰਸਟ, ਉਹ ਹਮੇਸ਼ਾ ਪਹਿਲੇ ਨੰਬਰ ਤੇ ਆਉਣਾ ਚਾਹੁੰਦਾ ਸੀ। ਹੀ ਡਿਡ ਨਾਟ ਲਾਈਕ ਡਿਫੀਟ ਐਟ ਆਲ, ਤੇ ਉਹਨੂੰ ਹਾਰਨਾ ਬਿਲਕੁਲ ਸਵੀਕਾਰ ਨਹੀਂ ਸੀ, ਬਿਲਕੁਲ ਪਸੰਦ ਨਹੀਂ ਸੀ। One day during the recess, a football match was going on between Jasmeet's class and the co-class। ਇੱਕ ਵਾਰ ਬ੍ਰੇਕ ਦੇ ਵਿੱਚ ਇੱਕ ਫੁੱਟਬਾਲ ਦਾ ਮੈਚ ਚੱਲ ਰਿਹਾ ਸੀ, ਕਿਹਦੇ ਵਿਚਕਾਰ ਜਸਮੀਤ ਦੀ ਕਲਾਸ ਸੀ ਤੇ ਇੱਕ ਹੋਰ ਕਲਾਸ ਸੀ। The team of other class students was winning by 2 goals। ਤੇ ਦੂਜੀ ਜਮਾਤ ਦੇ ਜਿਹੜੇ ਵਿਦਿਆਰਥੀ ਸੀ ਉਹਨਾਂ ਦੀ ਟੀਮ 2 ਗੋਲਾਂ ਨਾਲ ਜਿੱਤ ਰਹੀ ਸੀ। ਜਸਮੀਤ ਵਾਜ਼ ਇਨ ਇਮੈਂਸ ਐਂਗਰ, ਜਿਸ ਕਰਕੇ ਜਸਮੀਤ ਨੂੰ ਬਹੁਤ ਗੁੱਸਾ ਆ ਰਿਹਾ ਸੀ। ਹੀ ਵਾਜ਼ ਰਿਪੀਟਡਲੀ ਯੂਜ਼ਿੰਗ ਐਬਿਊਸਿਵ ਲੈਂਗੁਏਜ ਟੂ ਹਿਸ ਫਰੈਂਡਸ, ਤੇ ਉਹ ਆਪਣੇ ਦੋਸਤਾਂ ਨੂੰ ਬਾਰ-ਬਾਰ ਅਪਸ਼ਬਦ ਬੋਲ ਰਿਹਾ ਸੀ। ਦੈਨ ਸਡਨਲੀ ਦ ਅਦਰ ਟੀਮ ਸਕੋਰਡ ਅਨਦਰ ਗੋਲ, ਤੇ ਅਚਾਨਕ ਇੰਨੇ ਨੂੰ ਦੂਜੀ ਟੀਮ ਨੇ ਫੇਰ ਇੱਕ ਹੋਰ ਗੋਲ ਕਰ ਲਿਆ। ਜਸਮੀਤ ਗॉट ਵੈਰੀ ਐਂਗਰੀ, ਜਸਮੀਤ ਨੂੰ ਬਹੁਤ ਗੁੱਸਾ ਆ ਗਿਆ ਕਿਉਂਕਿ ਉਹਨੂੰ ਤਾਂ ਜਿੱਤਣ ਦੀ ਆਦਤ ਸੀ। While pushing the goalkeeper Ravi, he said, "Can't you stop one goal? Where's your attention?" ਤੇ ਉਹ ਜਿਹੜਾ ਗੋਲਕੀਪਰ ਸੀ ਰਵੀ, ਉਸਨੂੰ ਧੱਕਾ ਦਿੰਦੇ ਹੋਏ ਉਸਨੂੰ ਕਹਿੰਦਾ ਕਿ ਤੇਰੇ ਤੋਂ ਇੱਕ ਗੋਲ ਨਹੀਂ ਰੋਕ ਹੁੰਦਾ, ਤੇਰਾ ਧਿਆਨ ਕਿੱਥੇ ਹੈ। ਰਵੀ ਫੈਲਡ ਔਨ ਦ ਗਰਾਊਂਡ, ਇੱਥੇ ਆਏਗਾ ਫੈਲਡ ਨਹੀਂ, ਫੈਲ ਔਨ ਦ ਗਰਾਊਂਡ। ਰਵੀ ਗਰਾਊਂਡ ਤੇ ਗਿਰ ਗਿਆ। ਸਾਇਲੈਂਸ ਸਪਰੈਡ ਆਲ ਅਰਾਊਂਡ, ਹੁਣ ਉਹ ਗਰਾਊਂਡ 'ਚ ਗਿਰ ਗਿਆ ਤੇ ਚਾਰੇ ਪਾਸੇ ਸ਼ਾਂਤੀ ਸੰਨਾਟਾ ਫੈਲ ਗਿਆ। The whole team gathered around them, ਤੇ ਸਾਰੀ ਦੀ ਸਾਰੀ ਟੀਮ ਉਹਨਾਂ ਦੋਨਾਂ ਦੇ ਆਲੇ ਦੁਆਲੇ ਖੜੀ ਹੋ ਗਈ। Jasmeet's friend Harsh said to make him understand, improve your behavior Jasmeet। ਤੇ ਜਸਮੀਤ ਦੇ ਦੋਸਤ ਜਿਹਦਾ ਨਾਂ ਸੀ ਹਰਸ਼, ਉਸਨੇ ਉਸਨੂੰ ਸਮਝਾਉਂਦੇ ਹੋਏ ਕਿਹਾ ਵੀ ਆਪਣਾ ਵਿਵਹਾਰ ਥੋੜਾ ਜਿਹਾ ਸੁਧਾਰੋ ਜਸਮੀਤ। ਵਿਨਿੰਗ ਔਰ ਲੂਜ਼ਿੰਗ ਡੂ ਨਾਟ ਮੈਟਰ ਮਚ, ਜਿੱਤਣ ਜਾਂ ਹਾਰਨ ਦੇ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਇਟਸ ਜਸਟ ਅ ਗੇਮ, ਹੈ ਤਾਂ ਸਿਰਫ ਖੇਡ ਹੀ ਨਾ। I do not like defeat at all। I can't be defeated, ਜਸਮੀਤ shouted। ਤੇ ਜਸਮੀਤ ਨੇ ਚੀਕਦੇ ਹੋਏ ਕਿਹਾ ਵੀ ਮੈਨੂੰ ਹਾਰਨਾ ਬਿਲਕੁਲ ਪਸੰਦ ਨਹੀਂ ਹੈ ਤੇ ਮੈਂ ਹਾਰ ਨਹੀਂ ਸਕਦਾ। His friends were already aware of his nature। ਉਹਦੇ ਜਿਹੜੇ ਦੋਸਤ ਸੀ ਉਹਨਾਂ ਨੂੰ ਪਹਿਲਾਂ ਤੋਂ ਹੀ ਉਹਦੇ ਸੁਭਾਅ ਬਾਰੇ ਪਤਾ ਸੀ। But everyone was upset to see his behavior that day। ਹਾਲਾਂਕਿ ਉਹਨਾਂ ਸਾਰਿਆਂ ਨੂੰ ਪਤਾ ਸੀ ਉਹਦੇ ਸੁਭਾਅ ਬਾਰੇ, ਉਹ ਜਾਣੂ ਸੀ, ਪਰ ਉਸ ਦਿਨ ਉਸ ਦਾ ਵਿਵਹਾਰ ਦੇਖ ਕੇ ਹਰ ਕੋਈ ਪਰੇਸ਼ਾਨ ਸੀ। ਐਂਡ ਆਲ ਦ ਸਟੂਡੈਂਟਸ ਲੈਫਟ ਦ ਗੇਮ ਇਨ ਬਿਟਵੀਨ। ਉਹਦਾ ਵਿਵਹਾਰ ਦੇਖ ਕੇ, ਸੁਭਾਅ ਦੇਖ ਕੇ ਸਾਰੇ ਬਹੁਤ ਦੁਖੀ ਹੋਏ ਤੇ ਉਹਨਾਂ ਨੇ ਗੇਮ ਵਿੱਚ ਵਿਚਾਰ ਹੀ ਛੱਡਤੀ। ਜਸਮੀਤ ਵਾਜ਼ ਲੈਫਟ ਅਲੋਨ ਇਨ ਦ ਫੀਲਡ, ਤੇ ਜਸਮੀਤ ਖੇਤ ਦੇ ਵਿੱਚ ਇਕੱਲਾ ਰਹਿ ਗਿਆ ਸੀ ਕਿਉਂਕਿ ਸਾਰੇ ਉਹਨੂੰ ਛੱਡ ਕੇ ਚਲੇ ਗਏ ਸੀ।
You have seen how Jasmeet is overwhelmed with passion to win. ਤੁਸੀਂ ਇਹ ਹੁਣ ਦੇਖ ਲਿਆ ਵੀ ਜਸਮੀਤ ਨੂੰ ਜਿੱਤਣ ਦਾ ਕਿੰਨਾ ਜਨੂਨ ਸਵਾਰ ਹੈਗਾ। ਆਨਸਰ ਦ ਫੋਲੋਇੰਗ ਕੁਐਸਚਨਸ ਕੀਪਿੰਗ ਦਿਸ ਪਾਰਟ ਆਫ ਦ ਸਟੋਰੀ ਇਨ ਮਾਈਂਡ। ਹੁਣ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ। ਨੰਬਰ 1, ਡਿਡ ਜਸਮੀਤ ਸ਼ੋ ਗੁੱਡ ਸਪੋਰਟਸਮੈਨਸ਼ਿਪ? ਕਿ ਉਹਨੇ ਵਧੀਆ ਵਿਵਹਾਰ, ਚੰਗਾ ਵਿਵਹਾਰ ਕੀਤਾ ਖੇਡ ਦੇ ਮੈਦਾਨ ਤੇ ਜਦੋਂ ਹਾਰ ਗਿਆ? ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ ਨੋ, ਜਸਮੀਤ ਡਿਡ ਨਾਟ ਸ਼ੋ ਗੁੱਡ ਸਪੋਰਟਸਮੈਨਸ਼ਿਪ। ਉਹਨੇ ਸਪੋਰਟਸਮੈਨਸ਼ਿਪ ਨਹੀਂ ਦਿਖਾਈ ਆਪਣੀ। ਹੀ ਵਾਜ਼ ਨਾਟ ਰੈਡੀ ਟੂ ਐਕਸੈਪਟ ਹਿਜ਼ ਡਿਫੀਟ। ਉਹ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਅਗਲਾ, ਵਾਟ ਸ਼ੁੱਡ ਵੀ ਡੂ ਟੂ ਸ਼ੋ ਗੁੱਡ ਸਪੋਰਟਸਮੈਨਸ਼ਿਪ? ਖੇਡ ਦੇ ਵਿੱਚ ਚੰਗਾ ਵਿਵਹਾਰ ਦਿਖਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗਿਵ 3 ਐਗਜ਼ਾਮਪਲਸ, 3 ਉਦਾਹਰਨ ਦਿਓ। ਦੇਖੋ ਇਹਦਾ ਮੈਂ ਆਨਸਰ ਇੱਥੇ ਲਿਖਿਆ ਪੋਜ਼ੀਟਿਵ ਐਟੀਟਿਊਡ ਰੱਖਣਾ ਚਾਹੀਦਾ ਹੈ। ਗਿਵ ਯੋਰ ਬੈਸਟ ਐਫਰਟ, ਆਪਣਾ ਪੂਰਾ ਜੋਰ ਲਾ ਦਿਓ। ਸ਼ੇਕ ਹੈਂਡਸ ਵਿਦ ਦੀ ਅਦਰ ਟੀਮ ਬਿਫੋਰ ਐਂਡ ਆਫਟਰ ਦ ਗੇਮ, ਜੋ ਉਹਨੇ ਨਹੀਂ ਕੀਤਾ ਸੀ ਹੱਥ ਮਿਲਾਣੇ ਚਾਹੀਦੇ ਨੇ। ਸਪੋਰਟ ਟੀਮਮੇਟਸ ਬਾਈ ਸੇਇੰਗ ਗੁੱਡ ਸ਼ਾਟ ਔਰ ਗੁੱਡ ਟਰਾਈ। ਉਹਨੇ ਰਵੀ ਨੂੰ ਝਿੜਕਿਆ ਸੀ ਤੇ ਉਹਨੂੰ ਧੱਕਾ ਵੀ ਮਾਰਿਆ ਸੀ, ਸਾਨੂੰ ਤਾਂ ਪ੍ਰੋਤਸਾਹਿਤ ਕਰਨਾ ਚਾਹੀਦਾ, ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਨੈਵਰ ਕ੍ਰਿਟਿਸਾਈਜ਼ ਅ ਟੀਮਮੇਟ ਫॉर ਟਰਾਈਂਗ, ਜੇ ਉਹ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ। ਐਕਸੈਪਟ ਡਿਫੀਟ ਹੰਬਲੀ, ਜੇ ਤੁਸੀਂ ਹਾਰ ਜਾਂਦੇ ਹੋ ਹਾਰ ਨੂੰ ਆਪਣੀ ਮੰਨ ਲਓ, ਸਵੀਕਾਰ ਕਰ ਲਓ। ਅਗਲਾ, ਹਾਊ ਡੂ ਯੂ ਟੇਕ ਅ ਡਿਫੀਟ? ਤੁਸੀਂ ਜਦ ਹਾਰ ਜਾਂਦੇ ਹੋ ਉਹਨੂੰ ਕਿੱਦਾਂ ਲੈਂਦੇ ਹੋ? ਇਟ ਇਜ਼ ਇੰਪੋਰਟੈਂਟ ਟੂ ਸ਼ੋ ਗ੍ਰੇਸ ਵੈਨ ਯੂ ਲੂਜ਼। ਜਦ ਤੁਸੀਂ ਹਾਰ ਜਾਂਦੇ ਹੋ ਤਾਂ ਗ੍ਰੇਸ ਦਿਖਾਉਣਾ ਬਹੁਤ ਜ਼ਰੂਰੀ ਹੈਗਾ, ਹੈ ਨਾ। ਅ ਗੁੱਡ ਸਪੋਰਟਸਮੈਨਸ਼ਿਪ ਕਾਲਸ ਫॉर ਐਕਸੈਪਟਿੰਗ ਡਿਫੀਟ ਹੰਬਲੀ। ਜੇ ਤੁਸੀਂ ਚੰਗੇ ਸਪੋਰਟਸਮੈਨ ਹੈਗੇ ਹੋ ਤਾਂ ਤੁਸੀਂ ਆਪਣੀ ਹਾਰ ਨੂੰ ਚੰਗੀ ਤਰ੍ਹਾਂ ਮੰਨ ਲੋਗੇ, ਬੜੇ ਹੰਬਲੀ ਮੰਨ ਲੋਗੇ, ਉਹਨੂੰ ਸਵੀਕਾਰ ਕਰੋਗੇ ਨਿਮਰਤਾ ਨਾਲ। ਅੱਗੇ, ਹਾਊ ਡੂ ਯੂ ਐਕਸਪ੍ਰੈਸ ਯੂਰ ਫੀਲਿੰਗਸ ਆਫਟਰ ਲੂਜ਼ਿੰਗ? ਤੁਸੀਂ ਆਪਣੀ ਭਾਵਨਾਵਾਂ ਨੂੰ ਕਿਵੇਂ ਐਕਸਪ੍ਰੈਸ ਕਰਦੇ ਹੋ ਹਾਰਨ ਤੋਂ ਬਾਅਦ? ਆਈ ਚੀਅਰ ਅਪ ਦ ਵਿਨਿੰਗ ਟੀਮ, ਜਿਹੜੀ ਟੀਮ ਜਿੱਤ ਰਹੀ ਉਹਨੂੰ ਉਤਸ਼ਾਹਿਤ ਕਰਦੇ ਹਾਂ। ਐਂਡ ਕੀਪ ਦ ਸਪੋਰਟਸਮੈਨਸ਼ਿਪ ਜਾਂ ਸਪੋਰਟਸਮੈਨ ਸਪਿਰਿਟ, ਇੱਥੇ ਆਏਗਾ ਇੱਕ ਲਾ ਸਕਦੇ ਹੋ, ਜਾਂ ਸ਼ਿਪ ਜਾਂ ਸਪਿਰਿਟ ਇੰਟੈਕਟ। ਤੇ ਜਿਹੜੀ ਖੇਡਣ ਦੀ ਜਨੂਨ ਹੈਗਾ ਉਹਨੂੰ ਮੈਂ ਰੱਖਦੀ ਹਾਂ ਵੀ ਇੱਦਾਂ ਹੀ ਹੋਣਾ ਚਾਹੀਦਾ। ਅੱਗੇ ਚੱਲਦੇ ਹਾਂ। ਦ ਰਿਸੈਸ ਵਾਜ਼ ਓਵਰ, ਇੱਕ ਹੋਰ ਕਹਾਣੀ ਹੈਗੀ ਹੈ। ਜਿਹੜੀ ਰਿਸੈਸ ਸੀ ਉਹ ਖਤਮ ਹੋ ਗਈ ਸੀ। ਆਲ ਦ ਸਟੂਡੈਂਟਸ ਕੇਮ ਐਂਡ ਸੈਟ ਇਨ ਦ ਕਲਾਸਰੂਮ ਸਾਇਲੈਂਟਲੀ। ਸਾਰੇ ਵਿਦਿਆਰਥੀ ਕਲਾਸਰੂਮ ਵਿੱਚ ਆ ਗਏ ਸੀ ਤੇ ਚੁੱਪਚਾਪ ਬੈਠ ਗਏ ਸੀ। ਸਰ ਦਲਜੀਤ ਸਿੰਘ ਕੇਮ ਇਨਟੂ ਦ ਕਲਾਸਰੂਮ, ਤੇ ਅਧਿਆਪਕ ਜਿਹੜੇ ਸੀ ਜਿਨ੍ਹਾਂ ਦਾ ਨਾਂ ਹੈ ਦਲਜੀਤ ਸਿੰਘ, ਉਹ ਕਲਾਸਰੂਮ ਵਿੱਚ ਆਏ। ਹੀ ਵਾਜ਼ ਸਰਪ੍ਰਾਈਜ਼ਡ ਟੂ ਸੀ ਐਵਰੀਵਨ ਸਿਟਿੰਗ ਕੁਆਇਟਲੀ। ਉਹ ਦੇਖ ਕੇ ਹੈਰਾਨ ਸੀ ਵੀ ਪੂਰੀ ਕਲਾਸ ਚੁੱਪਚਾਪ ਬੈਠੀ ਹੈ। ਐਂਡ ਹੀ ਇਨਕੁਆਇਰਡ ਦ ਸਟੂਡੈਂਟਸ ਅਬਾਊਟ ਦ ਰੀਜ਼ਨ ਫॉर देयर ਸਾਇਲੈਂਸ। ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਾਰੇ ਇੰਨੇ ਚੁੱਪਚਾਪ ਕਿਉਂ ਬੈਠੇ ਹੋ, ਕੀ ਕਾਰਨ ਹੈਗਾ? ਰਵੀ ਨਰੇਟਡ ਦ ਹੋਲ ਇਨਸੀਡੈਂਟ ਆਫ ਰਿਸੈਸ ਇਨ ਫਰੰਟ ਆਫ ਹਿਮ। ਇੱਥੇ ਆਏਗਾ ਇਨਸੀਡੈਂਟ, ਨਾਟ ਇਨਸੀਡੈਂਟਸ। ਤੇ ਰਵੀ ਨੇ ਪੂਰੀ ਘਟਨਾ ਉਹਨਾਂ ਨੂੰ ਦੱਸੀ ਜੋ ਬ੍ਰੇਕ ਦੇ ਵਿੱਚ ਹੋਈ ਸੀ। ਦਲਜੀਤ ਸਰ ਕਾਲਡ ਜਸਮੀਤ ਐਂਡ ਐਕਸਪਲੇਨਡ ਹਿਮ ਲਵਿੰਗਲੀ। ਫਿਰ ਦਲਜੀਤ ਸਰ ਨੇ ਜਸਮੀਤ ਨੂੰ ਬੁਲਾਇਆ ਤੇ ਉਹਨੂੰ ਪਿਆਰ ਨਾਲ ਸਮਝਾਇਆ। ਲੁੱਕ ਜਸਮੀਤ, you are a good player, but you should remember that the winner is the one who knows how to lose. ਤੇ ਉਹਨਾਂ ਨੇ ਸਮਝਾਇਆ ਵੀ ਦੇਖ ਜਸਮੀਤ, ਤੂੰ ਇੱਕ ਚੰਗਾ ਖਿਡਾਰੀ ਹੈ, ਪਰ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿੱਤਣ ਵਾਲਾ ਉਹ ਹੁੰਦਾ ਹੈ ਜੋ ਆਪਣੀ ਹਾਰ ਸਵੀਕਾਰ ਕਰ ਲੈਂਦਾ ਹੈ। The one who plays cooperatively with his team. ਜਿਹੜਾ ਇਨਸਾਨ ਆਪਣੀ ਟੀਮ ਦੇ ਨਾਲ ਮਿਲ ਕੇ ਖੇਲਦਾ, ਉਹਨਾਂ ਨਾਲ ਕੋਆਪਰੇਟ ਕਰਦਾ ਹੈ। ਓਨੈਸਟਲੀ ਫੋਲੋਇੰਗ ਦ ਰੂਲਸ, ਤੇ ਇਮਾਨਦਾਰੀ ਨਾਲ ਨਿਯਮਾਂ ਦਾ ਪਾਲਨ ਕਰਦਾ ਹੈ। ਵਿਦ ਫੁੱਲ ਡੈਡੀਕੇਸ਼ਨ ਇਜ਼ ਦ ਰੀਅਲ ਵਿਨਰ। ਨਿਯਮਾਂ ਦਾ ਪਾਲਨ ਕਰਦਾ ਉਹੀ ਤਾਂ ਅਸਲੀ ਖਿਡਾਰੀ ਹੁੰਦਾ, ਉਹੀ ਤਾਂ ਜਿੱਤਦਾ। ਇਫ ਹੀ ਵਿਨਸ ਹੀ ਡਜ਼ਨਟ ਗਲੋਰੀਫਾਈ ਦ ਵਿਕਟਰੀ। ਤੇ ਜੇਕਰ ਉਹ ਜਿੱਤਦਾ ਹੈ ਤਾਂ ਉਹ ਜਿੱਤ ਦੀ ਵਡਿਆਈ ਨਹੀਂ ਕਰਦਾ, ਦੇਖੋ ਮੈਂ ਜਿੱਤ ਗਿਆ, ਬਟ ਰਿਸਪੈਕਟਸ ਦੀ ਐਫਰਟਸ ਐਂਡ ਗੇਮ ਆਫ ਦ ਅਦਰ ਟੀਮ। ਬਟ ਸਗੋਂ ਦੂਜੀ ਟੀਮ ਨੂੰ ਜਾ ਕੇ ਕਹਿੰਦਾ ਵੀ ਤੁਸੀਂ ਵੀ ਬਹੁਤ ਯਤਨ ਪਾਏ, ਤੁਸੀਂ ਵੀ ਸ਼ਾਨਦਾਰ ਖੇਡ ਖੇਡੀ। ਇਫ ਹੀ ਲੂਜ਼ਸ, ਤੇ ਮੰਨ ਲਓ ਉਹ ਹਾਰ ਜਾਂਦਾ ਹੈ, ਹੀ ਥੈਂਕਸ ਹਿਜ਼ ਟੀਮਮੇਟਸ ਫॉर देयर ਗੁੱਡ ਪਲੇ। ਜੇ ਉਹ ਹਾਰ ਜਾਂਦਾ ਤਾਂ ਆਪਣੇ ਸਾਥੀਆਂ ਦਾ ਚੰਗਾ ਖੇਡ ਖੇਡਣ ਦੇ ਲਈ ਧੰਨਵਾਦ ਕਰਦਾ ਹੈ। ਐਂਡ ਕੰਗ੍ਰੈਚੁਲੇਟਸ ਦ ਵਿਨਿੰਗ ਟੀਮ ਔਨ ਦ ਵਿਕਟਰੀ। ਤੇ ਜਿੱਤਣ ਵਾਲੀ ਟੀਮ ਨੂੰ ਵਧਾਈ ਵੀ ਦਿੰਦਾ, ਇਹ ਨਹੀਂ ਕਿ ਰੋਂਦਾ ਰਹਿੰਦਾ। ਜਸਮੀਤ ਵਾਜ਼ ਲਿਸਨਿੰਗ ਕੇਅਰਫੁਲੀ। ਜਸਮੀਤ ਚੁੱਪਚਾਪ ਸੁਣ ਰਿਹਾ ਸੀ। ਬਾਈ ਨਾਓ ਹੀ ਹੈਡ ਰਿਅਲਾਈਜ਼ਡ ਹਿਜ਼ ਮਿਸਟੇਕ। ਹੁਣ ਤੱਕ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।
ਦਲਜੀਤ ਸਰ said while addressing all children. ਦਲਜੀਤ ਸਰ ਨੇ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, Remember children, ਬੱਚਿਓ ਯਾਦ ਰੱਖੋ, the winner is the one who knows how to lose. ਜਿੱਤਣ ਵਾਲਾ ਉਹੀ ਹੁੰਦਾ ਹੈ ਜਿਹਨੂੰ ਪਤਾ ਹੁੰਦਾ ਹੈ, ਜੋ ਜਾਣਦਾ ਹੈ ਵੀ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਹਾਰਨ ਤੋਂ ਬਾਅਦ. ਅਦਰਵਾਈਜ਼ ਯੂ ਲੂਜ਼ ਈਵਨ ਔਨ ਵਿਨਿੰਗ. ਜੇ ਤੁਹਾਨੂੰ ਇਹ ਅਹਿਸਾਸ ਨਹੀਂ ਹੈ ਵੀ ਹਾਰ ਕੇ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੁੰਦਾ ਹੈ, ਤਾਂ ਫਿਰ ਜੇ ਤੁਸੀਂ ਜਿੱਤ ਵੀ ਗਏ ਤਾਂ ਕੋਈ ਫਰਕ ਨਹੀਂ ਪੈਂਦਾ, ਇੱਕੋ ਬਰਾਬਰ ਹੈਗੀ ਇਹ ਗੱਲ. ਸਾਨੂੰ ਦੂਜੇ ਬੰਦਿਆਂ ਦੀ ਭਾਵਨਾਵਾਂ ਨੂੰ ਵੀ ਤਾਂ ਸਮਝਣਾ ਚਾਹੀਦਾ ਹੈ ਨਾ. ਜਸਮੀਤ ਵਾਜ਼ ਅਸ਼ੇਮਡ ਆਫ ਹਿਜ਼ ਮਿਸਟੇਕ. ਜਸਮੀਤ ਨੂੰ ਆਪਣੀ ਗਲਤੀ 'ਤੇ ਸ਼ਰਮ ਆ ਰਹੀ ਸੀ. ਐਂਡ ਹੀ ਐਪੋਲੋਜਾਈਜ਼ ਟੂ ਦ ਹੋਲ ਕਲਾਸ. ਅਤੇ ਉਸਨੇ ਸਾਰੀ ਕਲਾਸ ਤੋਂ ਮਾफ़ੀ ਮੰਗੀ, ਸਪੈਸ਼ਲੀ ਰਵੀ, ਖਾਸ ਤੌਰ 'ਤੇ ਰਵੀ ਤੋਂ ਮਾफ़ੀ ਮੰਗੀ ਫॉर ਹਿਜ਼ ਬਿਹੇਵੀਅਰ, ਆਪਣੇ ਵਿਵਹਾਰ ਕਰਕੇ. ਐਂਡ ਪ੍ਰੋਮਿਸ ਟੂ ਫੋਲੋ ਦ ਰੂਲਸ ਆਫ ਅ ਗੁੱਡ ਸਪੋਰਟ ਇਨ ਦ ਫਿਊਚਰ. ਅਤੇ ਉਹਨੇ ਵਚਨ ਦਿੱਤਾ ਵੀ ਭਵਿੱਖ ਵਿੱਚ ਚੰਗੇ ਖਿਡਾਰੀ ਹੋਣ ਦਾ ਇੱਕ ਪ੍ਰਦਰਸ਼ਨ ਕਰਕੇ ਦਿਖਾਏਗਾ, ਨਿਯਮਾਂ ਦਾ ਪਾਲਨ ਕਰੇਗਾ. ਚਿਲਡਰਨ, ਵੀ ਹੈਵ ਲਰਨਡ, ਇੱਥੇ ਆਏਗਾ ਟੀ ਆਏਗਾ, ਥਰੂ ਦਿਸ ਸਟੋਰੀ ਹਾਊ ਇੰਪੋਰਟੈਂਟ ਸਪੋਰਟਸਮੈਨਸ਼ਿਪ ਇਜ਼ ਫॉर ਅ ਗੁੱਡ ਸਪੋਰਟਸਮੈਨ. ਹੁਣ ਅਸੀਂ ਇਹ ਕਹਾਣੀ ਤੋਂ ਸਿੱਖਿਆ ਹੈ ਕਿ ਇੱਕ ਚੰਗੇ ਖਿਡਾਰੀ ਲਈ ਸਪੋਰਟਸਮੈਨਸ਼ਿਪ ਹੋਣਾ ਕਿੰਨਾ ਜ਼ਰੂਰੀ ਹੈ. But the truth is that this sportsmanship is essential for us to win and lose with dignity. ਪਰ ਸੱਚ ਇਹ ਹੈਗੀ ਹੈ ਗੱਲ ਜਿਹੜੀ ਕਿ ਸਪੋਰਟਸਮੈਨਸ਼ਿਪ ਜਿਹੜੀ ਹੈ ਉਹ ਸਿਰਫ ਖੇਡ ਦੇ ਮੈਦਾਨ ਵਿੱਚ ਕੰਮ ਨਹੀਂ ਆਉਂਦੀ, ਹਰ ਪੱਖ 'ਚ ਜ਼ਿੰਦਗੀ ਦੇ ਸਾਡੇ ਕੰਮ ਆਉਂਦੀ ਹੈ. ਸਾਨੂੰ ਡਿਗਨਿਟੀ, ਮਾਣ ਸਨਮਾਨ ਦੇ ਨਾਲ ਜਿੱਤਣਾ ਤੇ ਹਾਰਨਾ ਚਾਹੀਦਾ ਹੈ, ਉਹਨੂੰ ਐਕਸੈਪਟ ਕਰਨਾ ਚਾਹੀਦਾ ਹੈ ਇਨ ਐਵਰੀ ਸਫੇਅਰ ਆਫ ਲਾਈਫ, ਯਾਨੀ ਜ਼ਿੰਦਗੀ ਦੇ ਹਰ ਪੱਖ 'ਤੇ. ਐਂਡ ਇਨ ਐਵਰੀ ਕੰਪੀਟੀਸ਼ਨ, ਅਤੇ ਹਰ ਕੰਪੀਟੀਸ਼ਨ ਵਿੱਚ ਵੀ ਇਹਨੂੰ ਐਕਸੈਪਟ ਕਰਨਾ ਚਾਹੀਦਾ ਹੈ. ਵੀ ਆਰ ਆਲਵੇਜ਼ ਵਿਨਰਸ ਇਫ ਵੀ ਨੋ ਹਾਊ ਟੂ ਲੂਜ਼. ਅਸੀਂ ਹਮੇਸ਼ਾ ਜਿੱਤਾਂਗੇ ਹੀ ਜਿੱਤਾਂਗੇ ਜੇ ਸਾਨੂੰ ਪਤਾ ਹੋਏ ਵੀ ਕਿਵੇਂ ਜਿਹਾ ਮਹਿਸੂਸ ਹੁੰਦਾ. ਜੇ ਆਪਾਂ ਹਾਰ ਵੀ ਜਾਂਦੇ ਹਾਂ ਤਾਂ ਕੋਈ ਫਰਕ ਨਹੀਂ ਪੈਂਦਾ, ਹੈ ਤਾਂ ਖੇਡ ਹੀ ਨਾ, ਜ਼ਿੰਦਗੀ 'ਚ ਹਾਰਨਾ ਜਿੱਤਣਾ ਤਾਂ ਲੱਗਿਆ ਰਹਿੰਦਾ. On that day, Jasmeet not only made some promises to the class. ਉਸ ਦਿਨ ਸਿਰਫ ਜਸਮੀਤ ਨੇ ਮਾफ़ੀ ਮੰਗੀ ਨਹੀਂ, ਉਹਨੇ ਕੁਝ ਪੱਕੇ ਵਾਅਦੇ ਵੀ ਕੀਤੇ ਆਪਣੀ ਕਲਾਸ ਦੇ ਸਾਹਮਣੇ. ਬਟ ਆਲਸੋ ਟੂ ਹਿਮਸੈਲਫ, ਕਲਾਸ ਨੂੰ ਵੀ ਵਾਅਦਾ ਕੀਤਾ, ਆਪਣੇ ਆਪ ਨੂੰ ਵੀ ਪ੍ਰੋਮਿਸ ਕੀਤਾ. ਕੰਪਲੀਟ ਦ ਫੋਲੋਇੰਗ ਸੈਂਟੈਂਸਿਸ ਐਂਡ ਫਾਈਂਡ ਆਊਟ ਵਾਟ ਹੀ ਸੈਡ ਟੂ ਹਿਮਸੈਲਫ. ਇਹ ਵਾਕ ਪੂਰੇ ਕਰੋ ਤੇ ਪਤਾ ਲਗਾਉਂਦੇ ਉਹਨੇ ਆਪਣੇ ਆਪ ਨੂੰ ਕੀ ਕੀ ਵਾਅਦੇ ਕੀਤੇ. ਇੱਥੇ ਵਰਡਸ ਦਿੱਤੇ ਹੋਏ ਨੇ, ਜਿਵੇਂ ਓਨੈਸਟਲੀ ਦਾ ਮਤਲਬ ਹੁੰਦਾ ਇਮਾਨਦਾਰੀ, ਹਾਰਮਨੀ ਦੇ ਨਾਲ ਮਤਲਬ ਪਿਆਰ ਦੇ ਨਾਲ, ਐਰੋਗੈਂਸ ਹੰਕਾਰ, ਸਪੋਰਟਸਮੈਨ ਖਿਡਾਰੀ ਆਪਾਂ ਕਹਿ ਸਕਦੇ ਹਾਂ, ਐਕਸੈਪਟ ਕਰਨਾ ਸਵੀਕਾਰ ਕਰਨਾ, ਰੂਲਸ ਨਿਯਮ, ਮਿਸਬਿਹੇਵ ਦੁਰਵਿਵਹਾਰ ਕਰਨਾ, ਰਿਸਪੈਕਟ ਕਰਨਾ ਆਦਰ ਕਰਨਾ. ਤੇ ਇੱਥੇ ਮੈਂ ਆਨਸਰ ਲਿਖਿਆ ਪਹਿਲਾ ਸੈਂਟੈਂਸ, ਜਿਵੇਂ ਆਈ ਵਿਲ ਬਿਕਮ ਅ ਗੁੱਡ ਸਪੋਰਟਸਮੈਨ, ਮੈਂ ਇੱਕ ਚੰਗਾ ਖਿਡਾਰੀ ਬਣਾਂਗਾ. ਆਈ ਵਿਲ ਨਾਟ ਮਿਸਬਿਹੇਵ ਵਿਦ ਐਨੀਵਨ, ਮੈਂ ਕਿਸੇ ਨਾਲ ਗਲਤ ਵਿਵਹਾਰ ਨਹੀਂ ਕਰਾਂਗਾ. I will play honestly, ਮੈਂ ਇਮਾਨਦਾਰੀ ਨਾਲ ਖੇਡਾਂਗਾ. I will obey the rules, ਮੈਂ ਸਾਰੇ ਨਿਯਮਾਂ ਦਾ ਪਾਲਨ ਕਰਾਂਗਾ. I will keep harmony with my friends, ਮੈਂ ਆਪਣੇ ਦੋਸਤਾਂ ਨਾਲ ਤਾਲਮੇਲ ਬਣਾ ਕੇ ਰੱਖਾਂਗਾ. I will respect the opposing team, ਮੈਂ ਵਿਰੋਧੀ ਟੀਮ ਦਾ ਵੀ ਸਨਮਾਨ ਕਰਾਂਗਾ. I will not show arrogance on my victory, ਮੈਂ ਜਿੱਤਣ 'ਤੇ ਹੰਕਾਰ ਨਹੀਂ ਕਰਾਂਗਾ. I will accept my defeat, ਮੈਂ ਆਪਣੀ ਹਾਰ ਨੂੰ ਵੀ ਸਵੀਕਾਰ ਕਰਾਂਗਾ. ਠੀਕ ਹੈ, ਅੱਗੇ ਚੱਲਦੇ ਹਾਂ. ਐਕਟੀਵਿਟੀ ਦਿੱਤੀ ਹੋਈ ਹੈ. ਡੀਅਰ ਚਿਲਡਰਨ, losing with dignity and winning with humility is the focal point of sportsmanship. ਪਿਆਰੇ ਵਿਦਿਆਰਥੀਓ, ਮਾਣ ਨਾਲ ਹਾਰਨਾ ਤੇ ਨਿਮਰਤਾ ਦੇ ਨਾਲ ਜਿੱਤਣਾ ਖੇਡ ਦੇ ਬਹੁਤ ਜ਼ਰੂਰੀ ਪਹਿਲੂ ਹੈਗੇ ਨੇ. ਗੁੱਡ ਸਪੋਰਟਸਮੈਨਸ਼ਿਪ ਮੇਕਸ ਅਸ restrained and disciplined by controlling our behavior. ਜਿਹੜਾ ਚੰਗੀ ਖੇਡ ਦੀ ਭਾਵਨਾ ਹੈਗੀ ਉਹ ਸਾਡੇ ਵਿਵਹਾਰ ਦੇ ਵਿੱਚ ਬਦਲਾਵ ਲੈ ਕੇ ਆਉਂਦੀ ਹੈ, ਸਾਨੂੰ ਆਪਣੇ ਵਿਵਹਾਰ ਨੂੰ ਕਾਬੂ 'ਚ ਕਰਨ ਦਾ ਸਿਖਾਉਂਦੀ ਹੈ ਅਤੇ ਸਾਨੂੰ ਇਹ ਵੀ ਸਮਝਾਉਂਦੀ ਹੈ ਵੀ ਅਸੀਂ ਕਿਵੇਂ ਅਨੁਸ਼ਾਸਨ ਵਿੱਚ ਰਹਿਣਾ ਹੈ ਅਤੇ ਆਪਣੇ ਜਿਹੜਾ ਵਿਵਹਾਰ ਹੈਗਾ ਉਹਨੂੰ ਅਨੁਸ਼ਾਸਨ ਦੇ ਹਿਸਾਬ ਨਾਲ ਕੰਟਰੋਲ ਕਰਨਾ. ਗੁੱਸਾ ਨਹੀਂ ਕਰਨਾ, ਮਾੜਾ ਨਹੀਂ ਬੋਲਣਾ. A good player neither makes various excuses for his failure nor does he brag out his victory. ਜਿਹੜਾ ਚੰਗਾ ਖਿਡਾਰੀ ਹੁੰਦਾ ਨਾ ਤਾਂ ਉਹ ਆਪਣੀ ਅਸਫਲਤਾ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦਾ
ਤੇ ਨਾ ਹੀ ਆਪਣੀ ਜਿੱਤ ਤੇ ਥੋੜੀ ਹੰਕਾਰੀ ਪੇਸ਼ ਕਰਦਾ ਹੈ ਵੀ ਮੈਂ ਹੰਕਾਰੀ ਹੋ ਗਿਆ, ਮੈਂ ਜਿੱਤ ਗਿਆ। He is affectionate and respectful towards his own and opposing team. ਉਹ ਹਮੇਸ਼ਾ ਆਪਣੇ ਤੇ ਆਪਣੇ ਵਿਰੋਧੀ ਟੀਮ ਲਈ ਪਿਆਰ ਸਤਿਕਾਰ ਵਾਲੀ ਭਾਵਨਾ ਰੱਖਦਾ ਹੈ। He sets an example for others by abiding the rules. ਤੇ ਉਹ ਨਿਯਮਾਂ ਦਾ ਪਾਲਣ ਕਰਕੇ ਦੂਜਿਆਂ ਲਈ ਵੀ ਇੱਕ ਮਿਸਾਲ ਕਾਇਮ ਕਰਦਾ ਹੈ। Based on the given criteria, ਇਸ criteria ਤੇ ਆਧਾਰਿਤ write down the actions or tasks that indicate a person's bad sport in column 1. ਇੱਥੇ ਆਪਾਂ ਲਿਖਣਾ ਵੀ ਕਿਵੇਂ ਕੋਈ ਮਾੜੀ ਖੇਡ ਖੇਡ ਰਿਹਾ ਹੈ ਤੇ ਇੱਥੇ ਕਿਵੇਂ ਚੰਗੀ ਖੇਡ ਖੇਡ ਰਿਹਾ ਹੈ। ਇੱਥੇ ਕ੍ਰਾਈਟੀਰੀਆ ਦਿੱਤਾ ਹੋਇਆ, ਮੈਂ ਪਹਿਲਾਂ ਦੱਸ ਦਿੰਦੀ ਹਾਂ ਕ੍ਰਾਈਟੀਰੀਆ ਕੀ ਹੈਗਾ। ਓਨੈਸਟੀ ਯਾਨੀ ਇਮਾਨਦਾਰੀ ਨਾਲ ਖੇਡ ਰਿਹਾ, ਇੱਥੇ ਅਸੀਂ ਦਰਸਾਉਣਾ ਵੀ ਗਲਤ ਇਮਾਨਦਾਰੀ ਨਹੀਂ ਕਰ ਰਿਹਾ, ਇੱਥੇ ਦੱਸਣਾ ਕਿਵੇਂ ਇਮਾਨਦਾਰੀ ਨਾਲ ਕੋਈ ਖੇਡ ਸਕਦਾ। ਲੈਂਗੁਏਜ ਭਾਸ਼ਾ, ਕਿਹੜੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ। ਫੋਲੋਇੰਗ ਇੰਸਟਰਕਸ਼ਨਸ, ਕਿ ਉਹ ਇੰਸਟਰਕਸ਼ਨਸ ਜੋ ਵੀ ਆਰਡਰ ਦਿੱਤੇ ਜਾ ਰਹੇ ਨੇ ਉਹਦਾ ਪਾਲਣ ਕਰ ਰਿਹਾ। ਬਿਹੇਵੀਅਰ ਵਿਦ ਆਪੋਜ਼ਿਟ ਟੀਮ, ਵਿਰੋਧੀ ਟੀਮ ਦੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਿਹਾ। ਬਿਹੇਵੀਅਰ ਵਿਦ ਟੀਮਮੇਟਸ, ਆਪਣੇ ਟੀਮ ਦੇ ਬੰਦਿਆਂ ਨਾਲ ਕਿਹੋ ਜਿਹਾ ਵਿਵਹਾਰ ਕਰ ਰਿਹਾ। ਬਿਹੇਵੀਅਰ ਵਿਦ ਰੈਫਰੀ ਔਰ ਕੋਚ ਦੇ ਨਾਲ ਕਿਹੋ ਜਿਹਾ ਵਿਵਹਾਰ ਹੈਗਾ। ਰਿਸਪੌਂਸ ਔਨ ਡਿਫੀਟ, ਹਾਰਨ ਤੇ ਉਹਦਾ ਕਿਹੋ ਜਿਹਾ ਰਿਸਪੌਂਸ ਹੈਗਾ, ਬਿਹੇਵੀਅਰ ਹੈਗਾ। ਰਿਸਪੌਂਸ ਔਨ ਵਿਕਟਰੀ, ਜਿੱਤਣ ਤੇ ਕੀ ਹਿਸਾਬ ਕਿਤਾਬ ਹੈਗਾ। ਤੇ ਇੱਥੇ ਮੈਂ ਆਨਸਰ ਲਿਖਿਆ, ਪਹਿਲੇ ਮੈਂ ਗੱਲਾਂ ਲਿਖੀਆਂ ਨੇ ਜਿਵੇਂ ਓਨੈਸਟੀ, ਠੀਕ ਹੈ, ਉਹਦੇ 'ਚ ਬੈਡ ਐਕਸ਼ਨ ਪਹਿਲਾਂ ਲਿਖਿਆ ਤੇ ਗੁੱਡ ਬਾਅਦ 'ਚ। ਵੈਨ ਸਮਵਨ ਪਲੇਜ਼ ਅ ਫਾਊਲ ਗੇਮ, ਜੇ ਕੋਈ ਮਾੜੀ ਖੇਡ ਰਿਹਾ ਤਾਂ ਬੈਡ ਸਪੋਰਟ। ਵੈਨ ਸਮਵਨ ਪਲੇਜ਼ ਫੇਅਰ, ਯਾਨੀ ਬੜੀ ਇਮਾਨਦਾਰੀ ਨਾਲ ਜਦ ਕੋਈ ਖੇਲ ਰਿਹਾ ਆਪਾਂ ਕਹਿ ਸਕਦੇ ਹਾਂ ਓਨੈਸਟੀ ਦਿਖਾ ਰਿਹਾ। ਅਗਲਾ ਹੈਗਾ ਭਾਸ਼ਾ। ਵੈਨ ਸਮਵਨ ਅਬਿਊਜ਼ਸ ਔਰ ਯੂਜ਼ਸ ਫਾਊਲ ਲੈਂਗੁਏਜ, ਜਦ ਕੋਈ ਮਾੜੇ ਸ਼ਬਦਾਂ ਦਾ ਅਪਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਯਾਨੀ ਕਿ ਉਹ ਬੈਡ ਗੇਮ ਖੇਲ ਰਿਹਾ। ਬੀਇੰਗ ਵੈਰੀ ਪੋਲਾਈਟ ਐਂਡ ਨਾਈਸ ਟੂ ਅਦਰ ਟੀਮਮੇਟਸ, ਜਦ ਕੋਈ ਦੂਜੇ ਟੀਮਮੇਟਸ ਦੇ ਨਾਲ ਨਿਮਰਤਾ ਨਾਲ ਪੇਸ਼ ਆ ਰਿਹਾ, ਵਧੀਆ ਵਰਤਾਓ ਕਰ ਰਿਹਾ ਤਾਂ ਉਹ ਚੰਗੀ ਗੇਮ ਖੇਡ ਰਿਹਾ। ਫੋਲੋਇੰਗ ਇੰਸਟਰਕਸ਼ਨਸ, ਮੈਂਸ ਦ ਇੰਸਟਰਕਸ਼ਨਸ ਐਜ਼ ਪਰ ਓਨ ਕਨਵੀਨੀਅੰਸ, ਆਪਣੇ ਹਿਸਾਬ ਦੇ ਨਾਲ ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਉਹਨੂੰ ਬਦਲੀ ਜਾ ਰਿਹਾ, ਇਹ ਮਾੜੀ ਗੇਮ ਹੋ ਗਈ। ਫੋਲੋਜ਼ ਇੰਸਟਰਕਸ਼ਨ ਸੀਰੀਅਸਲੀ, ਇਮਾਨਦਾਰੀ ਨਾਲ ਉਹਨੂੰ ਫੋਲੋ ਕਰ ਰਿਹਾ, ਗੁੱਡ ਹੈ। ਬਿਹੇਵੀਅਰ ਵਿਦ ਆਪੋਜ਼ਿਟ ਟੀਮ, ਵਿਰੋਧੀ ਟੀਮ ਦੇ ਬੰਦਿਆਂ ਨਾਲ ਕਿਹੋ ਜਿਹਾ ਬਿਹੇਵ ਕਰ ਰਿਹਾ। ਮੇਕਸ ਫਨ ਆਫ ਦੀ ਆਪੋਜ਼ਿਟ ਟੀਮ ਆਫਟਰ ਵਿਨਿੰਗ, ਜਿੱਤਣ ਤੋਂ ਬਾਅਦ ਉਹਨਾਂ ਦਾ ਮਖੌਲ ਉਡਾ ਰਿਹਾ। ਆਫਟਰ ਵਿਨਿੰਗ ਇਜ਼ ਹੰਬਲ ਐਂਡ ਪੋਲਾਈਟ ਟੂ ਦੀ ਆਪੋਜ਼ਿਟ ਟੀਮ, ਜਿੱਤਣ ਤੋਂ ਬਾਅਦ ਵੀ ਨਿਮਰਤਾ ਦੇ ਨਾਲ ਪੇਸ਼ ਆ ਰਿਹਾ ਆਪੋਜ਼ਿਟ ਟੀਮ ਨੂੰ, ਇਹ ਵੀ ਵਧੀਆ ਗੱਲ ਹੈਗੀ ਹੈ। ਬਿਹੇਵੀਅਰ ਵਿਦ ਟੀਮਮੇਟਸ, ਆਪਣੇ ਟੀਮ ਦੇ ਬੰਦਿਆਂ ਨਾਲ ਕਿਹੋ ਜਿਹਾ ਵਿਵਹਾਰ ਕਰ ਰਿਹਾ। befriends some and abuses others, ਜੇ ਕੁਝ ਨੂੰ ਦੋਸਤ ਬਣਾ ਰਿਹਾ ਦੂਜਿਆਂ ਨੂੰ ਅਪਸ਼ਬਦ ਬੋਲ ਰਿਹਾ ਤਾਂ ਗਲਤ ਹੈਗਾ। treats everyone the same way, ਇਹ ਠੀਕ ਹੈ ਵੀ ਸਾਰਿਆਂ ਨੂੰ ਸਹੀ ਤਰੀਕੇ ਦੇ ਨਾਲ ਹੀ ਪੇਸ਼ ਆ ਰਿਹਾ। ਬਿਹੇਵੀਅਰ ਵਿਦ ਰੈਫਰੀ ਔਰ ਕੋਚ, ਰੈਫਰੀ ਜਾਂ ਕੋਚ ਦੇ ਨਾਲ ਕਿਹੋ ਜਿਹਾ ਬਿਹੇਵ ਕਰ ਰਿਹਾ। ਟਰਾਈਂਗ ਟੂ ਸਪਰੈਸ ਦੇਅਰ ਡਿਸੀਜਨ, ਉਹ ਜੋ ਵੀ ਡਿਸੀਜਨ ਦਿੰਦੇ ਨੇ, ਫੈਸਲਾ ਦਿੰਦੇ ਨੇ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਤਾਂ ਗਲਤ ਹੋ ਗਿਆ। ਐਕਸੈਪਟਸ ਦੇਅਰ ਡਿਸੀਜਨ ਹੰਬਲੀ, ਉਹ ਜੋ ਵੀ ਬੋਲਦੇ ਨੇ ਉਹਨੂੰ ਐਕਸੈਪਟ ਕਰ ਲੈਂਦਾ, ਮੰਨ ਲੈਂਦਾ। ਰਿਸਪੌਂਸ ਔਨ ਡਿਫੀਟ, ਹਾਰਨ ਤੋਂ ਬਾਅਦ ਗਲਤ ਇਹ ਤਰੀਕਾ ਹੈ, ਅਨੇਬਲ ਟੂ ਐਕਸੈਪਟ ਦ ਡਿਫੀਟ, ਹਾਰ ਨਹੀਂ ਮੰਨਦਾ। ਹੰਬਲੀ ਐਕਸੈਪਟ ਡਿਫੀਟ, ਜੇ ਆਪਣੀ ਹਾਰ ਮੰਨ ਲੈਂਦਾ ਨਿਮਰਤਾ ਦੇ ਨਾਲ। ਰਿਸਪੌਂਸ ਔਨ ਵਿਕਟਰੀ, ਜਿੱਤਣ ਤੋਂ ਬਾਅਦ ਗਲਤ ਕੰਮ ਇਹ ਹੈਗਾ ਬ੍ਰੈਗ ਅਬਾਊਟ ਵਨਸ ਵਿਕਟਰੀ ਐਂਡ ਮੇਕ ਫਨ ਆਫ ਦੀ ਅਦਰ ਟੀਮ, ਆਪਣੇ ਉੱਤੇ ਤਾਂ ਮਾਣ ਦਿਖਾਣਾ ਤੇ ਦੂਜੀ ਟੀਮ ਦਾ ਮਖੌਲ ਉਡਾਣਾ। ਜਿਹੜੀ ਸਹੀ ਚੀਜ਼ ਹੈ ਉਹ ਇਹ ਹੈਗੀ ਹੈ ਸ਼ੋਇੰਗ ਡਿਗਨਿਟੀ ਆਫਟਰ ਵਿਨਿੰਗ ਐਂਡ ਚੀਅਰਿੰਗ ਅਪ ਦ ਲੂਜ਼ਿੰਗ ਟੀਮ, ਦੂਜੀ ਟੀਮ ਨੂੰ ਵੀ ਪ੍ਰੋਤਸਾਹਿਤ ਕਰਨਾ, ਉਹਨਾਂ ਨੂੰ ਬੋਲਣਾ ਵੀ ਤੁਸੀਂ ਚੰਗਾ ਖੇਡੇ ਹੋ, ਵਧੀਆ ਕੰਪੀਟੀਸ਼ਨ ਦਿੱਤਾ ਹੈ, ਤੇ ਆਪਣੀ ਜਿਹੜੀ ਟੀਮ ਹੈਗੀ ਹੈ ਉਹਨੂੰ ਵੀ ਹੱਲਾਸ਼ੇਰੀ ਦੇਣਾ। ਤੇ ਇਹਦਾ ਆਨਸਰ ਮੈਂ ਇੱਥੇ ਤੱਕ ਲਿਖਤਾ। ਅੱਗੇ, children, by classroom discussion, look for the activities which show good and bad sport according to the rest of the students. ਹੁਣ ਇਹੀ ਕੰਮ ਤੁਸੀਂ ਬਾਕੀ ਬੱਚਿਆਂ ਨਾਲ ਵੀ ਡਿਸਕਸ ਕਰਨਾ ਹੈ ਵੀ ਉਹਨਾਂ ਨੇ ਕੀ ਆਨਸਰ ਲਿਖੇ ਹੋਏ ਨੇ। Dear children, let's try to find out sportsmanship qualities hidden in you through a questionnaire. ਹੁਣ ਤੁਹਾਡੇ ਵਿੱਚ ਸਪੋਰਟਸਮੈਨਸ਼ਿਪ ਦੀਆਂ ਕਿਹੜੇ ਗੁਣ ਹੈਗੇ ਨੇ, ਕਿਹੜੇ ਕੁਆਲਿਟੀਜ਼ ਨੇ, ਕਿਹੜੀਆਂ ਛੁਪੀਆਂ ਹੋਏ ਗੁਣ ਨੇ, ਉਹ ਪਛਾਣਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਸਵਾਲਾਂ ਦੇ ਰਾਹੀਂ। ਦ ਪਲੇਅਰ ਇਨਸਾਈਡ ਮੀ, ਮੇਰੇ ਅੰਦਰ ਜੋ ਖਿਡਾਰੀ ਹੈਗਾ। ਇੱਥੇ ਸਵਾਲ ਦਿੱਤੇ ਹੋਏ ਨੇ, ਤੁਸੀਂ ਯੈਸ ਹਾਂ ਦੇ ਵਿੱਚ ਜੇ ਤੁਸੀਂ ਕਰਦੇ ਹੋ, ਸਮਟਾਈਮਸ ਕਦੇ ਕਦੇ ਕਰਦੇ ਹੋ, ਤੇ ਨੋ ਜੇ ਨਹੀਂ ਕਰਦੇ।
ਸਭ ਤੋਂ ਪਹਿਲਾਂ, ਡੂ ਯੂ ਕੰਗ੍ਰੈਚੁਲੇਟ ਦ ਵਿਨਿੰਗ ਟੀਮ ਵੈਨ ਯੂ ਲੂਜ਼? ਜਦ ਤੁਸੀਂ ਹਾਰ ਜਾਂਦੇ ਹੋ ਤਾਂ ਜਿੱਤਣ ਵਾਲੀ ਟੀਮ ਨੂੰ ਵਧਾਈ ਦਿੰਦੇ ਹੋ? ਮੈਂ ਤਾਂ ਹਮੇਸ਼ਾ ਕਰਦੀ ਹਾਂ ਵੈਸੇ। ਤੁਸੀਂ ਇਮਾਨਦਾਰੀ ਨਾਲ ਭਰੇ ਹੋ? ਡੂ ਯੂ ਮੇਕ ਫਨ ਆਫ ਦ ਲੂਜ਼ਿੰਗ ਟੀਮ ਵੈਨ ਯੂ ਵਿਨ? ਜਦ ਤੁਸੀਂ ਜਿੱਤ ਜਾਂਦੇ ਹੋ ਤਾਂ ਦੂਜੀ ਟੀਮ ਦਾ ਮਖੌਲ ਉਡਾਉਂਦੇ ਹੋ ਜਿਹੜੀ ਹਾਰ ਗਈ ਹੈ? ਕਦੇ ਵੀ ਨਹੀਂ। ਡੂ ਯੂ ਓਨੈਸਟਲੀ ਫੋਲੋ ਆਲ ਦ ਰੂਲਸ ਆਫ ਦ ਗੇਮ? ਕਿ ਤੁਸੀਂ ਇਮਾਨਦਾਰੀ ਨਾਲ ਖੇਡ ਦੇ ਸਾਰੇ ਨਿਯਮਾਂ ਦਾ ਪਾਲਨ ਕਰਦੇ ਹੋ? ਬਿਲਕੁਲ। ਡੂ ਯੂ ਯੂਜ਼ ਦ ਰੋਂਗ ਵੇਜ਼ ਟੂ ਵਿਨ? ਕਿ ਤੁਸੀਂ ਗਲਤ ਤਰੀਕਿਆਂ ਦਾ ਵਰਤੋਂ ਕਰਦੇ ਹੋ ਜਿੱਤਣ ਦੇ ਲਈ? ਕਦੇ ਵੀ ਨਹੀਂ। ਡੂ ਯੂ ਕਰਾਈ ਆਊਟ ਲਾਊਡ ਆਫਟਰ ਲੂਜ਼ਿੰਗ? ਕੀ ਤੁਸੀਂ ਹਾਰਨ ਤੋਂ ਬਾਅਦ ਉੱਚੀ ਉੱਚੀ ਰੋਂਦੇ ਹੋ? ਨਹੀਂ। ਡੂ ਅਦਰ ਚਿਲਡਰਨ ਲਾਈਕ ਟੂ ਪਲੇ ਵਿਦ ਯੂ? ਕਿ ਬਾਕੀ ਬੱਚੇ ਵੀ ਤੁਹਾਡੇ ਨਾਲ ਖੇਡਣਾ ਪਸੰਦ ਕਰਦੇ ਨੇ? ਬਿਲਕੁਲ। ਡੂ ਯੂ ਫਾਈਟ ਵਿਦ ਅਦਰ ਪਲੇਅਰਸ ਔਰ ਯੂਜ਼ ਅਬਿਊਸਿਵ ਲੈਂਗੁਏਜ ਵਾਈਲ ਪਲੇਇੰਗ? ਦੂਜੇ ਬੱਚਿਆਂ ਨਾਲ ਖੇਡਣ ਵੇਲੇ ਕੀ ਤੁਸੀਂ ਉਹਨਾਂ ਨੂੰ ਅਪਸ਼ਬਦ ਦਾ ਇਸਤੇਮਾਲ ਕਰਦੇ ਹੋ, ਉਹਨਾਂ ਨਾਲ ਲੜਦੇ ਹੋ? ਬਿਲਕੁਲ ਵੀ ਨਹੀਂ। ਡੂ ਯੂ ਓਬੇ ਦ ਕੋਚ ਔਰ ਦ ਟੀਚਰ? ਕਿ ਤੁਸੀਂ ਕੋਚ ਜਾਂ ਟੀਚਰ ਦਾ ਕਹਿਣਾ ਮੰਨਦੇ ਹੋ? ਜੀ ਹਾਂ। ਡੂ ਯੂ ਫਿਨਿਸ਼ ਦ ਗੇਮ ਈਵਨ ਵੈਨ ਦ ਡਿਫੀਟ ਇਜ਼ ਸਰਟਨ? ਮੰਨ ਲਓ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਹਾਰਨਾ ਹੀ ਹਾਰਨਾ ਹੈ, ਤਾਂ ਤੁਸੀਂ ਖੇਡ ਤਾਂ ਖਤਮ ਕਰੋਗੇ ਨਾ, ਦੂਜੀ ਟੀਮ ਤਾਂ ਜਿੱਤ ਰਹੀ ਹੈ। ਯੈਸ। ਡੂ ਯੂ ਫਾਈਟ ਵਿਦ ਦ ਰੈਫਰੀ ਔਨ ਬੀਇੰਗ ਡਿਸਅਗਰੀ ਵਿਦ ਹਿਮ? ਜਦ ਤੁਹਾਡਾ ਰੈਫਰੀ ਕੁਝ ਕਹਿ ਦਿੰਦਾ ਤੇ ਤੁਸੀਂ ਉਹਦੇ ਨਾਲ ਨਹੀਂ ਸਹਿਮਤ ਹੁੰਦੇ, ਕਿ ਤੁਸੀਂ ਉਹਨਾਂ ਨਾਲ ਲੜਦੇ ਹੋ? ਨਹੀਂ। ਹੁਣ ਇੱਥੇ ਤੁਸੀਂ ਆਪਣੇ ਆਪ ਨੂੰ ਨੰਬਰ ਦੇਣੇ ਨੇ। ਜੇ ਪਹਿਲੇ ਸਵਾਲ ਦੇ ਵਿੱਚ ਤੁਸੀਂ ਯੈਸ ਕਿਹਾ ਤਾਂ 3 ਨੰਬਰ, ਜੇ ਸਮਟਾਈਮਸ ਭਰਿਆ ਤਾਂ 2 ਨੰਬਰ, ਜੇ ਨੋ ਕਿਹਾ ਤਾਂ 1 ਨੰਬਰ। ਐਵੇਂ ਕਰ ਕਰਕੇ ਦੂਜੇ ਸਵਾਲ ਦੇ ਵਿੱਚ ਵੀ ਉਹੀ ਸਿਸਟਮ ਹੈਗਾ। ਤੁਸੀਂ ਆਪਣੇ ਆਪ ਨੂੰ ਨੰਬਰ ਦੇ ਦਿਓ। ਕਿੰਨੇ ਮਾਰਕਸ ਤੁਸੀਂ obtain ਕੀਤੇ ਤੁਸੀਂ ਇੱਥੇ ਲਿਖਣਾ। ਕਿੰਨਿਆਂ ਵਿੱਚੋਂ? 30 ਵਿੱਚੋਂ। ਠੀਕ ਹੈ। ਮਿਨੀਮਮ ਨੰਬਰ ਜਿਹੜੇ ਹੈਗੇ ਨੇ ਉਹ 10 ਹੈਗੇ ਨੇ। ਹਾਈ ਸਕੋਰਸ ਰਿਫਲੈਕਟਸ ਯੋਰ ਗੁੱਡ ਸਪੋਰਟਸਮੈਨਸ਼ਿਪ? ਜੇ ਤੁਸੀਂ ਵਧੀਆ ਨੰਬਰ ਸਕੋਰ ਕੀਤੇ ਨੇ, ਦਰਸਾਉਂਦਾ ਵੀ ਤੁਸੀਂ ਚੰਗੇ ਖਿਡਾਰੀ ਹੈਗੇ ਹੋ, ਵਧੀਆ ਤਰੀਕੇ ਨਾਲ ਖੇਡਦੇ ਹੋ। ਕੀਪਿੰਗ ਇਨ ਮਾਈਂਡ ਦ ਕੁਐਸਚਨਸ ਇਨ ਵਿਚ ਯੂ ਹੈਵ ਸਕੋਰਡ ਲੋ? ਜਿਨ੍ਹਾਂ ਸਵਾਲਾਂ ਵਿੱਚ ਤੁਹਾਡੇ ਸਕੋਰ ਜਿਹੜਾ ਹੈ ਨੰਬਰ ਘੱਟ ਹੈਗੇ ਨੇ, ਰਾਈਟ ਡਾਊਨ ਵਾਟ ਯੂ ਵਿਲ ਡੂ ਟੂ ਇੰਪਰੂਵ ਯੋਰ ਸਪੋਰਟਸਮੈਨਸ਼ਿਪ? ਤੁਸੀਂ ਇੱਥੇ ਲਿਖੋ ਵੀ ਤੁਸੀਂ ਕੀ ਕਰੋਗੇ ਉਹਨੂੰ ਇੰਪਰੂਵ ਕਰਨ ਦੇ ਲਈ। ਮੰਨ ਲਓ ਇੱਥੇ ਮੈਂ ਮਾਰਕ ਕਰਤਾ A ਤੇ ਮੈਂ ਆਪਣੇ ਰੈਫਰੀ ਨਾਲ ਲੜ ਪੈਂਦੀ ਹਾਂ ਵੀ ਜੋ ਮੈਂ ਕਿਹਾ ਉਹ ਸਹੀ ਹੈ, ਤੁਸੀਂ ਗਲਤ ਦੱਸਿਆ, ਤਾਂ ਤੁਸੀਂ ਇੱਥੇ ਲਿਖੋਗੇ ਆਈ ਵਿਲ ਨਾਟ ਫਾਈਟ ਵਿਦ ਦ ਰੈਫਰੀ ਔਨ ਡਿਸਅਗਰੀਇੰਗ ਵਿਦ ਹਿਮ ਔਰ ਹਰ, ਹੈ ਨਾ, ਮੈਂ ਨਹੀਂ ਕਰਾਂਗੀ। ਅੱਗੇ, children, a good player is the one who adheres to the rules of the games. ਬੱਚੋ, ਇੱਕ ਚੰਗਾ ਖਿਡਾਰੀ ਉਹੀ ਹੁੰਦਾ ਹੈ ਜੋ ਖੇਡ ਦੇ ਸਾਰੇ ਨਿਯਮਾਂ ਦਾ ਪਾਲਨ ਕਰਦਾ ਹੈ। Let's learn about these rules. ਚਲੋ ਇਹਨਾਂ ਰੂਲਸ ਬਾਰੇ, ਨਿਯਮਾਂ ਬਾਰੇ ਆਪਾਂ ਪੜ੍ਹਦੇ ਹਾਂ। ਨੰਬਰ 1, not to make excuses for losing. ਹਾਰਨ ਤੇ ਬਹਾਨੇ ਨਾ ਬਣਾਉਣਾ। Not to be arrogant about winning. ਜਿੱਤਣ ਤੇ ਹੰਕਾਰ ਨਹੀਂ ਦਿਖਾਣਾ। Get back to the game after learning from your mistakes. ਆਪਣੀ ਗਲਤੀਆਂ ਤੋਂ ਸਿੱਖ ਕੇ ਖੇਡ ਖੇਡਣੀ ਸ਼ੁਰੂ ਕਰ ਦਿਓ। Always give your best. ਹਮੇਸ਼ਾ ਆਪਣਾ 100% ਦਿਓ। Reassure by staying calm instead of criticizing someone's mistake. ਮੰਨ ਲਓ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਸ਼ਾਂਤ ਰਹੋ, ਹੈ ਨਾ, ਬੇਬਸੀ ਜਿਹੀ ਨਾ ਦਿਖਾਓ, ਉਹਨੂੰ ਕ੍ਰਿਟਿਸਾਈਜ਼ ਨਾ ਕਰੋ, ਮਾੜਾ ਨਾ ਕਹੋ। ਰਿਸਪੈਕਟ ਬੋਥ ਯੋਰ ਐਂਡ ਓਪੋਨੈਂਟ ਟੀਮ। ਆਪਣੀ ਟੀਮ ਦੀ ਵੀ ਕਦਰ ਕਰੋ ਤੇ ਦੂਜੇ ਟੀਮ ਦੇ ਬੰਦਿਆਂ ਦੀ ਵੀ ਕਦਰ ਕਰੋ। ਵਾਈਲ ਕੀਪਿੰਗ ਦੀ ਅਬਵ ਇਨ ਮਾਈਂਡ, ਉੱਤੇ ਜਿਹੜੀ ਗੱਲਾਂ ਦੱਸੀਆਂ ਗਈਆਂ ਨੇ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਡਿਵਾਈਡ ਦ ਫੋਲੋਇੰਗ ਵਰਡਸ ਇਨਟੂ ਗੁੱਡ ਐਂਡ ਬੈਡ ਸਪੋਰਟਸਮੈਨਸ਼ਿਪ। ਇੱਥੇ ਵਰਡਸ ਦਿੱਤੇ ਹੋਏ ਨੇ, ਉਹਨਾਂ ਨੂੰ ਤੁਸੀਂ ਡਿਵਾਈਡ ਕਰਨਾ। ਗੁੱਡ ਸਪੋਰਟਸਮੈਨਸ਼ਿਪ ਦੇ ਕਿਹੜੇ ਵਰਡਸ ਨੇ ਤੇ ਬੈਡ ਦੇ ਕਿਹੜੇ ਨੇ। ਇੱਥੇ ਮੈਂ ਦੱਸ ਦਿੰਦੀ ਹਾਂ, ਓਨੈਸਟੀ ਦਾ ਮਤਲਬ ਇਮਾਨਦਾਰੀ, ਇਹ ਹੋ ਗਿਆ ਗੁੱਡ ਸਪੋਰਟਸਮੈਨਸ਼ਿਪ। ਉਹ ਮੈਂ ਗੁੱਡ ਸਪੋਰਟਸਮੈਨਸ਼ਿਪ ਵਿੱਚ ਲਿਖਤਾ। ਮੇਕ ਫਨ, ਮਖੌਲ ਜਾਂ ਮਜ਼ਾਕ ਉਡਾਉਣਾ, ਬੈਡ ਸਪੋਰਟਸਮੈਨਸ਼ਿਪ। ਕੰਗ੍ਰੈਚੁਲੇਸ਼ਨਸ, ਮੁਬਾਰਕਾਂ ਦੇਣੀਆਂ, ਗੁੱਡ ਸਪੋਰਟਸਮੈਨਸ਼ਿਪ। ਫਾਈਟ, ਲੜਨਾ, ਬੈਡ ਦੇ ਵਿੱਚ। ਕਰਾਏ, ਰੋਣਾ, ਬੈਡ ਦੇ ਵਿੱਚ। ਸ਼ੇਕ ਹੈਂਡਸ, ਹੱਥ ਮਿਲਾਉਣਾ, ਗੁੱਡ ਦੇ ਵਿੱਚ। ਚੀਅਰ, ਪ੍ਰੋਤਸਾਹਿਤ ਕਰਨਾ, ਗੁੱਡ ਦੇ ਵਿੱਚ। ਚੀਟ ਕਰਨਾ, ਬੈਡ ਦੇ ਵਿੱਚ। ਮੇਕ ਨੋਇਸ, ਆਵਾਜ਼ਾਂ ਕੱਢਣੀਆਂ, ਬੈਡ ਦੇ ਵਿੱਚ। ਹਿਊਮਿਲਿਟੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨਿਮਰਤਾ ਦਿਖਾਣੀ, ਗੁੱਡ ਦੇ ਵਿੱਚ। ਰਿਸਪੈਕਟ, ਆਦਰ ਕਰਨਾ, ਗੁੱਡ। ਪੀਸ, ਸ਼ਾਂਤੀ ਨਾਲ ਰਹਿਣਾ, ਗੁੱਡ। ਆਰਗੂਮੈਂਟ ਕਰਨਾ, ਬੈਡ। ਲੜਾਈ ਕਰਨਾ, ਬੂਸਟ ਕਰਨਾ ਵੀ ਹਾ ਹੰਕਾਰ ਦਿਖਾਣਾ, ਉਹ ਇੱਧਰ ਆ ਗਿਆ ਬੈਡ ਦੇ ਵਿੱਚ। ਫੋਲੋ ਇੰਸਟਰਕਸ਼ਨਸ ਦੀ ਪਾਲਣਾ ਕਰਨੀ, ਗੁੱਡ ਦੇ ਵਿੱਚ। ਕ੍ਰਿਟਿਸਿਜ਼ਮ, ਮਾੜਾ ਬੋਲਣਾ, ਮਤਲਬ
ਬਹੁਤ ਬੁਰਾ ਭਲਾ ਬੋਲਣਾ ਵੀ ਤੂੰ ਇਹ ਕਿਉਂ ਨਹੀਂ ਕੀਤਾ, ਉਹ ਬੈਡ ਦੇ ਵਿੱਚ ਆ ਗਿਆ। ਅੱਗੇ, ਡੀਅਰ ਚਿਲਡਰਨ, ਲੈਟਸ ਲਰਨ ਅਬਾਊਟ ਆਰ ਇਨਰ ਸਪੋਰਟਸਮੈਨਸ਼ਿਪ ਥਰੂ ਐਨ ਐਕਟੀਵਿਟੀ। ਸਾਡੇ ਅੰਦਰ ਜਿਹੜੀ ਸਪੋਰਟਸਮੈਨਸ਼ਿਪ ਹੈਗੀ ਹੈ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ ਗਤੀਵਿਧੀ ਰਾਹੀਂ। ਰੀਡ ਦ ਫੋਲੋਇੰਗ ਸਿਚੁਏਸ਼ਨ, ਇੱਥੇ ਸਿਚੁਏਸ਼ਨ ਦਿੱਤੀ ਹੋਈ ਹੈ, ਤੁਸੀਂ ਇਹਨੂੰ ਪੜ੍ਹਨਾ। ਯੂ ਆਰ ਅ ਕ੍ਰਿਕਟਰ, ਤੁਸੀਂ ਕ੍ਰਿਕਟ ਖੇਡਦੇ ਹੋ, ਕ੍ਰਿਕਟਰ ਹੈਗੇ ਹੋ। ਇਨ ਇੰਟਰ ਸਕੂਲ ਸਪੋਰਟਸ ਕੰਪੀਟੀਸ਼ਨ ਯੋਰ ਟੀਮਸ ਫਾਈਨਲ ਮੈਚ ਇਜ਼ ਗੋਇੰਗ ਔਨ। ਅੰਤਰ ਸਕੂਲ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਦੋ ਸਕੂਲਾਂ ਦੇ ਵਿੱਚ, ਉਹਦੇ ਖੇਡ ਮੁਕਾਬਲੇ ਚੱਲ ਰਹੇ ਨੇ ਤੇ ਤੁਹਾਡੀ ਟੀਮ ਜਿਹੜੀ ਹੈ ਫਾਈਨਲ ਵਿੱਚ ਜਾ ਰਹੀ ਹੈ। ਇਟ ਇਜ਼ ਦ ਲਾਸਟ ਬਾਲ ਆਫ ਦ ਮੈਚ, ਮੈਚ ਦੀ ਆਖਰੀ ਬਾਲ ਹੈਗੀ ਹੈ। ਯੋਰ ਕੋਚ ਹੈਜ਼ ਟੂ ਸੈਂਡ ਅ ਪਲੇਅਰ ਟੂ ਦ ਫੀਲਡ ਬਟ ਸ਼ੋਇੰਗ ਨਾਟ ਮਚ ਕੌਨਫੀਡੈਂਸ ਇਨ ਯੂ ਹੀ ਸੈਂਟ ਅਨਦਰ ਪਲੇਅਰ। ਹੁਣ ਤੁਹਾਡੇ ਕੋਚ ਨੇ ਕਿਸੇ ਖਿਡਾਰੀ ਨੂੰ ਭੇਜਣਾ ਹੈ ਗੇਮ ਖੇਡਣ ਦੇ ਲਈ, ਪਰ ਉਹਨਾਂ ਨੇ ਤੁਹਾਡੇ ਤੇ ਜ਼ਿਆਦਾ ਭਰੋਸਾ ਨਹੀਂ ਦਿਖਾਇਆ, ਸਗੋਂ ਕਿਸੇ ਹੋਰ ਖਿਡਾਰੀ ਨੂੰ ਭੇਜਤਾ। ਇਫ ਯੋਰ ਟੀਮਮੇਟ ਇਜ਼ ਏਬਲ ਟੂ ਗੈਟ 4 ਰਨਸ ਦੈਨ ਯੂ ਵਿਲ ਵਿਨ। ਜੇ ਜਿਸ ਖਿਡਾਰੀ ਨੂੰ ਭੇਜਿਆ ਹੈ ਜੇ ਉਹ 4 ਰਨ ਬਣਾ ਲੈਂਦਾ ਹੈ ਤਾਂ ਟੀਮ ਜਿੱਤ ਜਾਂਦੀ ਹੈ। ਬਟ ਹੀ ਗੋਟ ਆਊਟ ਐਂਡ ਯੋਰ ਟੀਮ ਲੌਸ ਦ ਮੈਚ, ਪਰ ਉਹ ਆਊਟ ਹੋ ਗਿਆ ਤੇ ਟੀਮ ਹਾਰ ਗਈ। ਰਿਫਲੈਕਟਿੰਗ ਯੋਰ ਫੀਲਿੰਗਸ ਐਂਡ ਸਰਕਮਸਟੈਂਸਿਸ ਟੈਲ what will you say to the following persons। ਹੁਣ ਤੁਸੀਂ ਸੋਚੋ ਤੇ ਆਪ ਦੱਸੋ ਵੀ ਤੁਸੀਂ ਇਹਨਾਂ ਬੰਦਿਆਂ ਨੂੰ ਕੀ ਕੁਝ ਕਹੋਗੇ। ਤੇ ਆਪਣੇ ਟੀਮਮੇਟਸ ਨੂੰ ਮੈਂ ਕਹਾਂਗੀ ਯੂ ਆਲ ਪਰਫਾਰਮਡ ਵੈਰੀ ਵੈਲ, ਫੁੱਲ ਸਟਾਪ। ਆਈ ਐਮ ਵੈਰੀ ਪ੍ਰਾਊਡ ਆਫ ਯੂ। ਮੈਂ ਤੁਹਾਡੇ ਤੇ ਗਰਵ ਮਹਿਸੂਸ ਕਰਦੀ ਹਾਂ, ਮੈਨੂੰ ਮਾਣ ਹੈਗਾ, ਤੁਸੀਂ ਸਾਰਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਕੋਚ ਨੂੰ ਕੀ ਕਹੋਗੇ? ਯੂ ਗਾਈਡਡ ਅਸ ਇਨ ਦ ਰਾਈਟ ਡਾਇਰੈਕਸ਼ਨ, ਤੁਸੀਂ ਸਾਨੂੰ ਸਹੀ ਦਿਸ਼ਾ ਦਿਖਾਇਆ। ਦ ਕੈਪਟਨ ਆਫ ਦ ਵਿਨਿੰਗ ਟੀਮ, ਜਿਹੜੀ ਟੀਮ ਜਿੱਤ ਗਈ ਹੈ ਉਹਦੇ ਕੈਪਟਨ ਨੂੰ ਕੀ ਕਹੋਗੇ? ਯੂ ਕੈਪ ਦ ਟੀਮ ਟੂਗੈਦਰ ਥਰੂ ਆਊਟ ਦ ਮੈਚ, ਤੁਹਾਡੀ ਟੀਮ ਜਿੱਤ ਗਈ ਹੈ, ਤੁਸੀਂ ਸਾਰੀ ਟੀਮ ਨੂੰ ਇਕੱਠੇ ਰੱਖਿਆ ਜਦ ਤੱਕ ਮੈਚ ਚੱਲਦਾ ਰਿਹਾ। ਯੋਰ ਫਰੈਂਡਸ, ਆਪਣੇ ਦੋਸਤਾਂ ਨੂੰ ਕੀ ਕਹੋਗੇ? ਇਟ ਵਾਜ਼ ਦ ਬੈਸਟ ਐਕਸਪੀਰੀਅੰਸ ਟੂ ਪਲੇ ਵਿਦ ਯੂ ਗਾਇਜ਼ ਸਪੋਰਟਿੰਗ, ਤੁਸੀਂ ਮੈਨੂੰ ਪ੍ਰੋਤਸਾਹਿਤ ਕਰ ਰਹੇ ਸੀ ਤੇ ਬਹੁਤ ਵਧੀਆ ਅਨੁਭਵ ਸੀ। ਪੈਰੈਂਟਸ ਨੂੰ ਕੀ ਕਹੋਗੇ? There is always a learning behind the defeat, ਹਾਰ ਕੇ ਵੀ ਬੰਦਾ ਕੁਛ ਨਾ ਕੁਛ ਸਿੱਖਦਾ ਹੈ। It could have been me who would have lost this time, ਹੋ ਸਕਦਾ ਹੈ ਮੈਂ ਹਾਰਿਆ ਹੋਵਾਂ ਜਾਂ ਮੈਂ ਹਾਰ ਜਾਂਦਾ ਜੇ ਮੈਂ ਜਾਂਦਾ ਖੇਡਣ ਦੇ ਲਈ, ਇਹ ਤਾਂ ਕੋਈ ਵੀ ਹੋ ਸਕਦਾ ਹੈ। ਅੱਗੇ, find out while discussing in class whether you have demonstrated good sportsmanship। ਕਲਾਸ ਵਿੱਚ ਚਰਚਾ ਕਰਕੇ ਇਹ ਪਤਾ ਲਗਾਓ ਕਿ ਤੁਸੀਂ ਕੀ ਚੰਗਾ ਖੇਡ ਖੇਡਣ ਦਾ ਪ੍ਰਦਰਸ਼ਨ ਕੀਤਾ। Children, a good player always accepts his defeat with ease। ਪਿਆਰੇ ਬੱਚਿਓ, ਜਿਹੜਾ ਚੰਗਾ ਖਿਡਾਰੀ ਹੁੰਦਾ ਹੈ ਉਹ ਹਮੇਸ਼ਾ ਆਪਣੀ ਜਿਹੜੀ ਹਾਰ ਹੈਗਾ ਉਹਨੂੰ ਆਸਾਨੀ ਨਾਲ ਸਵੀਕਾਰ ਕਰਦਾ ਹੈ। He not only remains calm on losing in the playground but also in every area of life। ਉਹ ਸਿਰਫ ਖੇਡ ਦੇ ਮੈਦਾਨ ਵਿੱਚ ਹਾਰ ਕੇ ਸ਼ਾਂਤ ਨਹੀਂ ਰਹਿੰਦਾ, ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਸ਼ਾਂਤ ਰਹਿੰਦਾ, ਬੇਸ਼ੱਕ ਉਹ ਹਾਰ ਜਾਏ। The truth is that everyone loses at some point। ਸੱਚਾਈ ਤਾਂ ਇਹੀ ਹੈਗੀ ਹੈ ਵੀ ਹਰ ਕੋਈ ਕਦੇ ਨਾ ਕਦੇ ਤਾਂ ਹਾਰਦਾ ਹੈ। This defeat can happen in any area of life, but a good player learns from his failure and moves on। ਜਿਹੜੀ ਹਾਰ ਹੈਗੀ ਹੈ ਉਹ ਜ਼ਿੰਦਗੀ 'ਚ ਕਦੇ ਵੀ ਹੋ ਸਕਦੀ ਹੈ, ਕਿਹੜੇ ਵੀ ਖੇਤਰ 'ਚ ਹੋ ਸਕਦੀ ਹੈ, ਪਰ ਵਧੀਆ ਖਿਡਾਰੀ ਉਹੀ ਹੁੰਦਾ ਹੈ ਜੋ ਆਪਣੀ ਹਾਰ ਤੋਂ ਸਿੱਖਦਾ ਹੈ ਤੇ ਅੱਗੇ ਮੂਵ ਔਨ ਕਰਦਾ ਹੈ। We will now take a look at our lives and try to learn about our failures। ਅਸੀਂ ਹੁਣ ਆਪਣੀ ਜ਼ਿੰਦਗੀ 'ਚ ਦੇਖਾਂਗੇ ਆਪਾਂ ਕਿਹੜੇ ਪਲ ਜਾਂ ਮੌਕਿਆਂ ਤੇ ਹਾਰੇ ਹੈਗੇ ਆ, and the lessons to be learned from them through an activity। ਤੇ ਉਹਨਾਂ ਤੋਂ ਆਪਾਂ ਕੀ ਕੁਝ ਸਿੱਖਿਆ ਇੱਕ ਐਕਟੀਵਿਟੀ ਰਾਹੀਂ ਆਪਾਂ ਸਮਝਾਂਗੇ। ਇੱਥੇ ਐਕਟੀਵਿਟੀ ਦਿੱਤੀ ਹੋਈ ਹੈ, every failure teaches a lesson। ਹਰ ਵੇਲੇ ਜਦ ਤੁਸੀਂ ਹਾਰਦੇ ਹੋ ਕੋਈ ਨਾ ਕੋਈ ਲੈਸਨ ਜ਼ਰੂਰ ਸਿੱਖਦੇ ਹੋ, ਸਿੱਖ ਮਿਲਦੀ ਹੈ। ਤੁਸੀਂ ਇੱਕ ਸਕੁਆਇਰ ਪੇਪਰ ਲੈਣਾ, ਬਾਈ ਫੋਲਡਿੰਗ ਇਟ ਇਨ ਹਾਫ ਡਿਵਾਈਡ ਇਟ ਇਨਟੂ 2 ਇਕੁਅਲ ਪਾਰਟਸ। ਉਹਨੂੰ ਫੋਲਡ ਕਰ ਲਓ, 2 ਹਿੱਸਿਆਂ 'ਚ ਡਿਵਾਈਡ ਕਰ ਦਿਓ। ਉਸ ਤੋਂ ਬਾਅਦ ਇੱਕ ਸਾਈਡ ਲੈਫਟ ਸਾਈਡ ਤੇ ਤੁਸੀਂ ਲਿਖਣਾ ਹੈ ਕਦ ਹਾਰੇ ਹੋ ਤੁਸੀਂ, ਫੇਲੀਅਰ ਹੋਇਆ, ਤੇ ਦੂਜੇ ਪਾਸੇ ਕੀ ਲੈਸਨ ਸਿੱਖਿਆ। ਠੀਕ ਹੈ, ਤੇ ਇਨ ਦ ਲੈਫਟ ਕਾਲਮ ਰਾਈਟ ਡਾਊਨ ਦ ਫੇਲੀਅਰਸ ਆਫ ਯੋਰ ਲਾਈਫ ਦੈਟ ਮੇਡ ਯੂ ਫੀਲ ਸੈਡ, ਜਦ ਤੁਸੀਂ ਉਦਾਸ ਹੋਏ ਹੋ, ਇੱਥੇ ਉਹਨਾਂ ਤੋਂ ਕੀ ਲੈਸਨ ਮਿਲੇ ਨੇ। ਐਵੇਂ ਕਰਕੇ ਹਰੇਕ ਬੱਚੇ ਨੇ ਇਹਨੂੰ ਭਰਨਾ।
ਦੋ ਸੈਪਰੇਟ ਪਾਸੇ ਭਰਨੇ ਨੇ, ਹੈ ਨਾ। ਤੇ ਉਸ ਤੋਂ ਬਾਅਦ ਹਰੇਕ ਬੱਚਾ ਇਹਨੂੰ ਫਾੜ ਦੇਗਾ ਦੋ ਹਿੱਸਿਆਂ ਦੇ ਵਿੱਚ, ਫੇਲੀਅਰਸ ਅਲੱਗ, ਲੈਸਨਸ ਅਲੱਗ। ਤੇ ਫਿਰ ਉਸ ਤੋਂ ਬਾਅਦ ਸਟੂਡੈਂਟਸ ਵਿਲ ਟੀਅਰ ਦ ਪੇਪਰ ਵਿਦ ਫੇਲੀਅਰਸ, ਜਿਹੜੇ ਫੇਲੀਅਰ ਵਾਲਾ ਹਿੱਸਾ ਹੈ ਉਹਨੂੰ ਫਾੜ ਕੇ ਤੁਸੀਂ ਸਿੱਟ ਦੋਗੇ। ਐਂਡ ਕੀਪ ਦ ਟੀਚਿੰਗਸ ਵਿਦ ਦੈਮ, ਤੇ ਜੋ ਕੁਝ ਉਹਨਾਂ ਤੋਂ ਸਿੱਖਿਆ ਉਹ ਤੁਸੀਂ ਆਪਣੇ ਨਾਲ ਰੱਖੋਗੇ, ਆਪਣੇ ਕੋਲ ਰੱਖੋਗੇ। ਨੋਟ ਡਾਊਨ ਦ ਟੀਚਿੰਗਸ ਇਨ ਦ ਸਪੇਸ ਸੋ ਦੈਟ ਦੇ ਵਿਲ ਰਿਮੇਨ ਵਿਦ ਯੂ ਫੋਰ ਐਵਰ, ਤੇ ਜੋ ਤੁਸੀਂ ਸਿੱਖਿਆ ਉਹ ਇੱਥੇ ਤੁਸੀਂ ਲਿਖ ਸਕਦੇ ਹੋ, ਆਪਣੇ ਕੋਲ ਰੱਖ ਸਕਦੇ ਹੋ, ਤਾਂ ਕਿ ਤੁਹਾਨੂੰ ਉਹ ਸਿੱਖ ਹਮੇਸ਼ਾ ਯਾਦ ਰਹੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਰਿਸੀਵਿੰਗ ਪੂਅਰ ਔਰ ਲੈਸ ਗ੍ਰੇਡਸ ਇਨ ਟੈਸਟ ਦੇ ਵਿੱਚ ਮਾੜੇ ਨੰਬਰ ਆਏ ਸੀ। ਐਮਬਰੇਸ ਡਿਸਕੰਫਰਟ, ਮੈਂ ਉਹਨੂੰ ਐਕਸੈਪਟ ਕਰ ਲਿਆ ਸੀ ਵੀ ਕੋਈ ਨਾ ਗਲਤੀ ਹੁੰਦੀ ਹੈ, ਹਮੇਸ਼ਾ ਤਾਂ ਵਧੀਆ ਨੰਬਰ ਨਹੀਂ ਆ ਸਕਦੇ। ਨਾਟ ਗੈਟਿੰਗ ਐਕਸੈਪਟਡ ਇਨਟੂ ਅ ਕਾਲਜ, ਮੇਰੀ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਹੋਈ ਸੀ। ਐਨਾਲਾਈਜ਼ ਦ ਸਿਚੁਏਸ਼ਨ, ਮੈਂ ਸਥਿਤੀ ਨੂੰ ਸਮਝਿਆ। ਐਂਡ ਵਰਕ ਔਨ ਮਾਈ ਸ਼ਾਰਟਕਮਿੰਗਸ, ਤੇ ਮੇਰੇ ਵਿੱਚ ਜੋ ਕਮੀਆਂ ਸੀ ਮੈਂ ਉਹਦੇ 'ਤੇ ਕੰਮ ਕੀਤਾ। ਨਾਟ ਗੈਟਿੰਗ ਸਿਲੈਕਟਡ ਫॉर ਅ ਜੌਬ ਇੰਟਰਵਿਊ, ਜੌਬ ਦੀ ਇੰਟਰਵਿਊ 'ਚ ਮੇਰੀ ਸਿਲੈਕਸ਼ਨ ਨਹੀਂ ਹੋਈ ਸੀ। ਲਰਨ ਟੂ ਬੀ ਮੋਰ ਕੌਨਫੀਡੈਂਟ, ਮੈਂ ਵਧੇਰੇ ਆਪਣੇ ਵਿੱਚ ਆਤਮ ਵਿਸ਼ਵਾਸ ਰੱਖਣਾ ਸਿੱਖਿਆ। ਐਂਡ ਆਈਡੈਂਟੀਫਾਈ ਮਾਈ ਵੀਕਨੈਸਿਸ ਐਂਡ ਸਟਰੈਂਥਸ, ਤੇ ਮੇਰੀਆਂ ਕਮਜ਼ੋਰੀਆਂ ਤੇ ਮੇਰੀਆਂ ਸ਼ਕਤੀਆਂ ਕਿਹੜੀਆਂ ਹੈਗੀਆਂ ਨੇ, ਜੋ ਮੇਰੀ ਸਟਰੈਂਥਸ ਹੈਗੀ ਹੈ ਉਹਨਾਂ 'ਤੇ ਕੰਮ ਕੀਤਾ। ਗੈਟਿੰਗ ਅ ਬੈਡ ਪਰਫਾਰਮੈਂਸ ਰਿਵਿਊ, ਵੀ ਤੁਸੀਂ ਚੰਗਾ ਕੰਮ ਨਹੀਂ ਕੀਤਾ, ਉਹਦੇ 'ਤੇ ਮੈਂ ਕਿਵੇਂ ਰਿਐਕਟ ਕੀਤਾ। ਵਰਕ ਔਨ ਏਰੀਆਜ਼ ਆਫ ਇੰਪਰੂਵਮੈਂਟ ਐਂਡ ਡੂ ਬੈਟਰ ਨੈਕਸਟ ਟਾਈਮ, ਜਿੱਥੇ ਮੈਂ ਚੰਗਾ ਕੰਮ ਨਹੀਂ ਕੀਤਾ ਨਿਮਰਤਾ ਨਾਲ ਉਹਨੂੰ ਐਕਸੈਪਟ ਕੀਤਾ ਤੇ ਅਗਲੀ ਵਾਰ ਚੰਗਾ ਕੰਮ ਕਰਨ ਦੇ ਲਈ ਆਪਣਾ ਪੂਰਾ ਜ਼ੋਰ ਲਾਤਾ। ਮਿਸਿੰਗ ਅ ਡੈਡਲਾਈਨ, ਵੀ ਜਿਹੜਾ ਕੰਮ ਸੀ ਉਹ ਇੱਦਾਂ ਕਰਨਾ ਸੀ ਪਰ ਮੈਂ ਕਰ ਨਹੀਂ ਪਾਈ। ਫਿਰ ਮੈਂ ਕੀ ਕਿਹਾ, ਗਿਵਿੰਗ yourself some break from regular work schedule, ਕਈ ਵਾਰ ਤੁਹਾਨੂੰ ਬ੍ਰੇਕ ਨਹੀਂ ਮਿਲਦੀ, ਤੁਸੀਂ ਲਗਾਤਾਰ ਕੰਮ ਕਰਦੇ ਰਹਿੰਦੇ ਹੋ। ਇਸੇ ਕਰਕੇ ਮੈਂ ਇਹ ਸੋਚਿਆ ਵੀ ਹਮੇਸ਼ਾ ਨਹੀਂ ਕੰਮ ਕਰਨਾ, ਕਈ ਵਾਰ ਆਪਣੇ ਆਪ ਨੂੰ ਬ੍ਰੇਕ ਵੀ ਦੇਣੀ ਹੈ। ਨਾਟ ਬੀਇੰਗ ਏਬਲ ਟੂ ਲੀਡ ਅ ਟੀਮ, ਟੀਚਰ ਨੇ ਟੀਮ ਨੂੰ ਮੈਨੂੰ ਲੀਡ ਕਰਨ ਦਾ ਮੌਕਾ ਨਹੀਂ ਦਿੱਤਾ, ਹੈ ਨਾ। ਲਰਨ ਟੂ ਬੀ ਕਾਮ, ਮੈਂ ਸਿੱਖਿਆ ਵੀ ਕਿਵੇਂ ਹੋਰ ਸ਼ਾਂਤ ਰਹਿਣਾ ਹੈ। ਮੋਰ ਫਲੈਕਸੀਬਲ, ਜ਼ਿਆਦਾ ਮਤਲਬ ਲੋਕਾਂ ਦੀ ਗੱਲ ਕਿਵੇਂ ਸੁਣਨੀ ਹੈ। ਹੰਬਲ, ਨਿਮਰਤਾ ਨਾਲ ਕਿਵੇਂ ਰਹਿਣਾ ਹੈ। ਐਂਡ ਹੈਵ ਫੋਰਗਿਵਿੰਗ ਨੇਚਰ, ਵੀ ਮਾਫ ਕਿਵੇਂ ਕਰਨਾ ਉਹ ਵੀ ਸਿੱਖਿਆ ਮੈਂ, ਕਿਉਂਕਿ ਅਜੇ ਇਹ ਕੁਆਲਿਟੀਜ਼ ਮੇਰੇ 'ਚ ਨਹੀਂ ਸੀ। ਨਾਟ ਗੈਟਿੰਗ ਸਿਲੈਕਟਡ ਫॉर ਅ ਕੰਪੀਟੀਸ਼ਨ ਸੀ, ਪ੍ਰਤੀਯੋਗਿਤਾ ਸੀ, ਤੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਨਹੀਂ ਹੋਈ। ਵਰਕ ਔਨ ਮਾਈ ਵੀਕਨੈਸਿਸ ਐਂਡ ਕੀਪ ਟਰਾਈਂਗ, ਕੋਸ਼ਿਸ਼ ਕਰਦੇ ਰਹੋ ਤੇ ਜਿਹੜੀ ਕਮੀਆਂ ਹੈਗੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਡੀਅਰ ਚਿਲਡਰਨ, through this action we understood that every failure or defeat teaches us a lesson for sure। ਪਿਆਰੇ ਬੱਚਿਓ, ਇਸ ਗਤੀਵਿਧੀ ਤੋਂ ਅਸੀਂ ਇਹ ਸਮਝਿਆ ਹੈ ਕਿ ਹਰ ਅਸਫਲਤਾ ਦੇ ਵਿੱਚ ਸਾਨੂੰ ਪੱਕਾ ਇੱਕ ਲੈਸਨ ਜ਼ਰੂਰ ਮਿਲਦਾ ਹੈਗਾ ਸਿੱਖਣ। ਟੂ ਰੀਚ ਦੈਟ ਲੈਸਨ ਵੀ ਮਸਟ ਰਿਵਿਊ ਦ ਰੀਜ਼ਨਸ ਫॉर ਡਿਫੀਟ। ਹੁਣ ਉਸ ਲੈਸਨ ਤੱਕ ਪਹੁੰਚਣ ਦੇ ਲਈ ਸਾਨੂੰ ਸਾਰੇ ਕਾਰਨਾਂ ਨੂੰ ਸਮਝਣਾ ਪਏਗਾ ਜਿਹਦੇ ਕਰਕੇ ਸਾਡੀ ਹਾਰ ਹੋਈ। ਲਾਈਕ ਦੀਜ਼ ਪੇਪਰਸ, ਜਿਵੇਂ ਮੈਂ ਦੱਸਿਆ ਵੀ ਪੇਪਰ ਦੇ ਵਿੱਚ ਮੈਂ ਸਫਲ ਨਹੀਂ ਹੋ ਸਕੀ। ਵੀ ਸ਼ੁੱਡ ਗੈਟ ਰਿਡ ਆਫ ਦ ਫੇਲੀਅਰਸ ਫਰੋਮ ਆਰ ਮਾਈਂਡ, ਤੇ ਜੇ ਆਪਾਂ ਨਹੀਂ ਸਫਲ ਹੋਏ ਉਹਨਾਂ ਨੂੰ ਦਿਮਾਗ 'ਚੋਂ ਕੱਢ ਦਿਓ। ਐਂਡ ਅਡੋਪਟ ਦ ਲੈਸਨਸ ਲਰਨਡ ਫਰੋਮ them forever। ਸਫਲ ਨਹੀਂ ਹੋਏ ਕੋਈ ਗੱਲ ਨਹੀਂ, ਪਰ ਉਹਨਾਂ ਤੋਂ ਜੋ ਤੁਹਾਨੂੰ ਲੈਸਨ ਮਿਲੇ ਨੇ ਉਹ ਹਮੇਸ਼ਾ ਆਪਣੇ ਕੋਲ ਰੱਖੋ, ਕਿਉਂਕਿ ਉਹ ਹਮੇਸ਼ਾ ਕੰਮ ਆਉਣਗੇ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਲੈਸਨ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟੇਕ ਕੇਅਰ, ਬਾਏ ਬਾਏ।